नज़दीकी कहे जाते हैं वो हार गए। वो हारन वाली जी एक गल है कि वो बड़ी एक नवेकली गल है। और सिरसा दे हार दे की कारण है ते परमजीत दी उत्थों ना लैंदे। इसकी बड़ी हैरानी की गल है भी संगत जड़ा किते ना किते नाराजगी दिखाती है, कहती तो है भी इन्होंने यह करता है करता गल्लां कर देंगे ने, बट जो वारी आती है तो शमूलीयत जी वोटां के राही अपनी जड़ा एक अपनी गल नूं रखण दा ढंग है वो क्यों अनगहलियां कर जाते। कहना शुरू करता भी अगर सिरसा हारिया तो अकाली दल बादल हारिया, ये मैं दसना चाहवागा यह गलत है। जी चोणां तो हो रही ने गुरुद्वारा प्रबंधक कमेटी दियां, ਉਹਦੇ पंडितां बड़ी गल कित्थों आ गई जी? हार दे विच कोई रोल नहीं। सरदार परमजीत सिंह सरना मैं समझदा मैं इस करके पंडितां दा गल कीती है भी उन्हां दे हत्थ दे विच ना नग नगीने अज दिखदे ने। उन्होंने एक तो सामने पाया तो दो तीन उन्होंने लुकाउण वास्ते गले विच पाए हुए ने। इन्हां दे नज़दीकी जिहड़े जिन्ने भी है ने वो जाणदे होणगे उन्होंने नग रतन पाए ते नग रतन बिना पंडितां दे तां काम हुंदा नहीं। कोई तवज्जो ही नहीं देंदे, कहंदे ने भी अकाल तख्त दीयां गल्लां करदे, तख्त साहब दीयां गल्लां करदे, बट तख्त साहब दी कोई मान मर्यादा नूं मंनदे नहीं हैगे। और उन्होंने को भी पूरे कैंडीडेट नहीं सन, 7 कैंडीडेट उन्होंने भी घट सन, बड़ी 38 प्लस एक गिन ली है तो 39 सीटां दे 39 के उत्ते उन्होंने कैंडीडेट उतारे तो 7 तो नहीं सन। ਤੁਸੀਂ ਉਹਨਾਂ ਦਾ ਚਿਹਰਾ ਮੋਹਰਾ ਦੇਖੋਗੇ ਤਾਂ ਮੈਨੂੰ ਬੜੀ ਹੈਰਾਨੀ ਹੁੰਦੀ ਕਿ ਜਥੇਦਾਰ ਸਾਹਿਬ ਨੇ ਵੀ ਆਪਣੇ ਜਿਹੜੇ ਕੈਂਡੀਡੇਟ ਦੀ ਚੋਣ ਕਰਦੇ ਆ ਜਿਹੜੇ ਕੇਸਾਂ ਦੀ ਜੋ ਉਮਰ ਦੇ ਹਿਸਾਬ ਨਾਲ ਵੱਡਾ, ਲੇਕਿਨ ਉਹਦੇ ਕੇਸ ਜਿਹੜੇ ਦਾੜੀ ਆ ਬੜਾ ਹੈਰਾਨ ਆ ਕਿ ਹੱਲੇ ਵੀ ਕਾਲੇ ਨੇ। ਹਮੇਸ਼ਾ ਧਰਮ ਪ੍ਰਚਾਰ ਦੇ ਖੇਤੇ ਵਿੱਚ ਹੋਵੇ ਜਾਂ ਕਿਸੇ ਵੀ ਖਿੱਤੇ 'ਚ ਅੱਜ ਤੱਕ ਉਹ ਨਾਕਾਮ ਰਿਹਾ, ਉਹਨੇ ਕੋਈ ਕੰਮ ਨਹੀਂ ਕੀਤਾ ਔਰ ਉਹਦਾ ਬੜਾ ਗਲਤ ਇਤਿਹਾਸ ਹੈਗਾ। TVNR ਦੇਖ ਰਹੇ ਸਭ ਦਰਸ਼ਕਾਂ ਦਾ ਅੱਜ ਦੇ ਇਸ ਸਪੈਸ਼ਲ ਸ਼ੋਅ ਦਾ ਪ੍ਰਤੀਬਿੰਬ ਸ਼ੋਅ ਦੇ ਵਿੱਚ ਸਵਾਗਤ ਹੈ। ਪਿਛਲੇ ਦਿਨਾਂ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਸ ਹੋਈਆਂ, ਉਹਨਾਂ ਚੋਣਾਂ ਦੇ ਜੋ ਨਤੀਜੇ ਆ ਚੁੱਕੇ ਨੇ, ਉਹਨਾਂ ਦੇ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਇਸ ਵੇਲੇ ਫੋਨ ਤੇ ਨੇ ਸਾਧੂ ਭੁਪਿੰਦਰ ਸਿੰਘ ਜੀ। ਸਾਧੂ ਭੁਪਿੰਦਰ ਸਿੰਘ ਸਾਬਕਾ ਚੇਅਰਮੈਨ ਤਖਤ ਪਟਨਾ ਸਾਹਿਬ ਧਰਮ ਪ੍ਰਚਾਰ ਕਮੇਟੀ, ਤੇ ਉਹਨਾਂ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਧਾਰਮਿਕ ਵਿੰਗ ਹੈ, ਜਾਣੀ ਕਿ ਧਰਮ ਪ੍ਰਚਾਰ ਵਿੰਗ ਹੈ, ਉਹਦੇ ਸਭ ਤੋਂ ਪਹਿਲੇ ਜੋ ਪ੍ਰਧਾਨ ਰਹੇ ਨੇ। ਸਾਧੂ ਜੀ, ਤੁਹਾਨੂੰ ਅੱਜ ਦੇ ਇਸ ਸ਼ੋਅ ਦੇ ਵਿੱਚ ਸਵਾਗਤ ਹੈ। ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਆਪਣਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨ ਚੱਲੀਆਂ, ਇਲੈਕਸ਼ਨ ਦੇ ਦੌਰਾਨ ਬੜੇ ਡਿਫਰੈਂਟ ਨਤੀਜੇ ਸਾਹਮਣੇ ਆਏ। ਤਾਂ ਸਭ ਤੋਂ ਪਹਿਲੀ ਗੱਲ ਇਹ ਕਿ ਜਿਹੜੀ ਪੰਜਾਬੀ ਬਾਗ ਤੋਂ ਸਿਰਸਾ ਜੀ ਹਾਰ ਗਏ, ਉਸ ਚੀਜ਼ ਤੋਂ ਦੋ ਸਵਾਲ ਉੱਠਦੇ ਨੇ। ਸਭ ਤੋਂ ਪਹਿਲਾਂ ਕਿ ਉੱਥੇ ਪਰਮਜੀਤ ਸਿੰਘ ਸਰਨਾ ਆਲਵੇਜ਼ ਇਲੈਕਸ਼ਨ ਲੜਦੇ ਹੁੰਦੇ ਸੀ, ਸਭ ਤੋਂ ਪਹਿਲਾਂ ਉਹ ਹੁੰਦੇ ਸੀ। ਉਹਨਾਂ ਨੇ ਆਪਣੀ ਜਗ੍ਹਾ ਤੇ ਆਪਣੇ ਭਰਾ ਰਵਿੰਦਰ ਸਿੰਘ ਸਰਨਾ ਨੂੰ ਇਲੈਕਸ਼ਨ ਲਈ ਖੜੇ ਕਰਿਆ। तो मेरे ਤੁਹਾਨੂੰ ਦੋ ਸਵਾਲ ਨੇ ਕਿ ਸਿਰਸਾ ਦੇ ਹਾਰ ਦੇ ਕੀ ਕਾਰਨ ਨੇ ਤੇ ਪਰਮਜੀਤ ਦੇ ਉੱਥੋਂ ਨਾ ਲੈਣ ਦੇ ਕੀ ਕਾਰਨ? ਪ੍ਰਦੀਪ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਪਿਛਲੇ ਸਮੇਂ ਜਿਹੜੇ ਇਲੈਕਸ਼ਨ ਦੇ ਦੌਰਾਨ ਜਿਹੜਾ ਇੱਕ ਮੈਸੇਜ ਸੁਨੇਹਾ ਸੰਗਤਾਂ ਤੱਕ ਪਹੁੰਚਾਉਣ ਦੀ ਮੈਂ ਕੋਸ਼ਿਸ਼ ਕੀਤੀ ਔਰ ਮੈਨੂੰ ਇਹ ਮੌਕਾ ਦਿੱਤਾ। ਮੈਂ ਸਮਝਦਾ ਕਿਧਰੇ ਨਾ ਕਿਧਰੇ ਅਸੀਂ ਉਹਦੇ ਵਿੱਚ ਸਕਸੈਸਫੁਲ ਹੋਏ ਹਾਂ। ਤੁਹਾਡਾ ਬਹੁਤ ਦੂਰ ਤੱਕ ਇਹ ਮੈਸੇਜ ਗਿਆ ਔਰ ਇਸ ਨੂੰ ਮੈਨੂੰ ਬੜੇ ਮੈਸੇਜ ਆਏ ਇਸ ਵੀਡੀਓ ਦੇ ਉੱਤੇ, ਕਿਉਂਕਿ ਇਹ ਪ੍ਰਚਾਰ ਜਿਹੜਾ ਨਿਰਪੱਖ ਕਰਨਾ ਵੀ ਬੜੀ ਵੱਡੀ ਗੱਲ ਹੈ। ਹੁਣ ਇਲੈਕਸ਼ਨ ਹੋ ਹਟੇ ਜੀ, ਬੜਾ ਸਮਾਂ ਇਸ ਇਲੈਕਸ਼ਨਾਂ ਦੀ ਉਡੀਕ ਸੀਗੀ ਔਰ ਇਲੈਕਸ਼ਨ ਹੋ ਹਟੇ ਨੇ, ਲੇਕਿਨ ਇਹਦੇ ਵਿੱਚ ਬੜਾ ਅਜੀਬ ਜਿਹਾ ਦੇਖਣ ਨੂੰ ਐਤਕੀ ਆਇਆ ਕਿ ਵੀ ਸੰਗਤਾਂ ਦਾ ਰੁਝਾਨ ਬਹੁਤ ਘੱਟ ਸੀ। ਮਤਲਬ ਸੰਗਤਾਂ ਦਾ ਰੁਝਾਨ, ਜਿੰਨੀ ਸੰਗਤ ਦੀ ਪਾਪੂਲੇਸ਼ਨ ਤਾਂ ਜ਼ਿਆਦਾ ਹੈ, ਵੋਟਾਂ ਘੱਟ ਬਣੀਆਂ, ਲੇਕਿਨ ਉਹ ਜਿੰਨੀਆਂ ਵੋਟਾਂ ਬਣੀਆਂ ਉਸ ਤੋਂ ਵੀ 50% ਵੀ ਪੋਲ ਨਹੀਂ ਹੋਈਆਂ। ਐਤਕੀ ਬੜੀ ਹੈਰਾਨੀ ਦੀ ਗੱਲ ਹੈ ਵੀ ਸੰਗਤ ਜਿਹੜਾ ਹੈ ਕਿਤੇ ਨਾ ਕਿਤੇ ਨਾਰਾਜ਼ਗੀ ਦਿਖਾਉਂਦੀ ਹੈ, ਕਹਿੰਦੀ ਤੇ ਹੈ ਵੀ ਇਹਨਾਂ ਨੇ ਇਹ ਕਰਤਾ ਗੱਲਾਂ ਕਰ ਦਿੰਦੇ ਨੇ, ਬਟ ਜਦੋਂ ਵਾਰੀ ਆਉਂਦੀ ਹੈ ਤੇ ਸ਼ਮੂਲੀਅਤ ਜਿਹੜੀ ਵੋਟਾਂ ਦੇ ਰਾਹੀਂ ਆਪਣੀ ਜਿਹੜਾ ਇੱਕ ਆਪਣੀ ਗੱਲ ਨੂੰ ਰੱਖਣ ਦਾ ਢੰਗ ਹੈ ਉਹ ਕਿਉਂ ਅਣਗਹਿਲੀਆਂ ਕਰ ਜਾਂਦੇ ਨੇ ਵੀ ਇਹ ਤੇ ਬਹੁਤ ਜ਼ਰੂਰੀ ਸੀ ਐਤਕੀ। ਚਲੋ ਇਲੈਕਸ਼ਨ ਹੋ ਹਟਿਆ ਜੀ, ਰਿਜ਼ਲਟ ਵੀ ਆ ਗਿਆ। ਹੁਣ ਤੁਸੀਂ ਗੱਲ ਕੀਤੀ ਜੀ ਕਿ ਪੰਜਾਬੀ ਬਾਗ ਦੀ, ਖਾਸ ਕਰਕੇ ਵੀ ਪੰਜਾਬੀ ਬਾਗ ਇੱਕ ਐਸਾ ਉੱਥੋਂ ਦਾ ਵਾਰਡ ਸੀਗਾ ਜਿੱਥੇ ਕਿ ਦੋ ਮੁੱਖ ਜਿਹੜੇ ਸ਼ਖਸੀਅਤਾਂ ਨੇ ਉਹ ਲੜ ਰਹੀਆਂ ਸਨ, ਜਿੱਥੇ ਮਨਜਿੰਦਰ ਸਿੰਘ ਸਰਸਾ ਜਿਹੜਾ ਇੱਕ ਅਕਾਲੀ ਦਲ ਬਾਦਲ ਦਾ ਚਿਹਰਾ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਜ਼ਦੀਕੀ ਕਹੇ ਜਾਂਦੇ ਹੈ, ਉਹ ਹਾਰ ਗਏ। ਉਹ
ਹਾਰਨ ਵਾਲੀ ਜਿਹੜੀ ਇੱਕ ਗੱਲ ਹੈ ਕਿ ਉਹ ਬੜੀ ਇੱਕ ਨਵੇਕਲੀ ਗੱਲ ਹੈ ਔਰ ਬੜੀ ਅਜੀਬ ਜੀ ਗੱਲ ਹੋਈ, ਕਿਉਂਕਿ ਉਹਨਾਂ ਦਾ ਤੇ ਕਹਿਣਾ ਸੀਗਾ ਵੀ ਉਹਨਾਂ ਦੀ ਜਿਹੜੀ ਇੱਕ ਗੱਲਾਂ ਕਰਨ ਦਾ ਸੀਗਾ ਵੀ ਹੋਮੇ ਕਹਿ ਲਈਏ ਜਾਂ ਉਹਨਾਂ ਦੇ ਇੱਕ ਗੱਲ ਵੱਡੀ ਕਰਦੇ ਸੀ ਕਿ ਅਸੀਂ ਤੇ 40 ਸੀਟਾਂ ਤੋਂ ਉੱਤੇ ਲੈ ਜਾਵਾਂਗੇ। ਖੈਰ ਉਹਨਾਂ ਨੂੰ ਵਿਸ਼ਵਾਸ ਹੋਏਗਾ ਵੀ ਉਹਨਾਂ ਨੇ ਚੰਗੇ 2 ਸਾਲ ਕੰਮ ਕੀਤੇ ਨੇ, ਲੇਕਿਨ ਉਹ 40 ਸੀਟਾਂ ਦੀ ਬਜਾਏ ਉਹ 27 ਤੱਕ ਰਹਿ ਗਏ ਔਰ ਆਪ ਆਪਣੀ ਸੀਟ ਉਹ ਹਾਰ ਗਏ। ਲੇਕਿਨ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਅਗਰ ਸਿਰਸਾ ਹਾਰਿਆ ਤੇ ਅਕਾਲੀ ਦਲ ਬਾਦਲ ਹਾਰਿਆ। ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਇਹ ਗਲਤ ਹੈ। ਅਕਾਲੀ ਦਲ ਜਿਹੜਾ ਹੈਗਾ, ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹਨੂੰ ਆਪਾਂ ਬਾਦਲ ਧੜਾ ਕਹਿੰਦੇ ਆ, ਉਹਦਾ ਜਿਹੜਾ ਪ੍ਰਧਾਨ ਜਿਹੜੇ ਨੇ ਉਹ ਹਰਮੀਤ ਸਿੰਘ ਕਾਲਕਾ ਸਨ, ਉਹ ਆਪਣੀ ਸੀਟ ਤੋਂ ਬੜੀ ਅੱਛੇ ਮਾਰਜਨ ਤੋਂ ਜਿੱਤ ਗਏ। ਹੁਣ ਸਿਰਸਾ ਜੀ ਹਾਰੇ, ਉਹਨਾਂ ਦਾ ਕਹਿਣਾ ਕਿ ਮੈਂ ਦੂਜੀਆਂ ਸੀਟਾਂ ਤੇ ਜਿਹੜਾ ਟਾਈਮ ਦਿੰਦਾ ਰਿਹਾ, ਮੈਂ ਕੀਤਾ, ਮੈਂ ਸ਼ਾਇਦ ਆਪਣੀਆਂ ਜਗ੍ਹਾ ਟਾਈਮ ਨਹੀਂ ਦੇ ਸਕਿਆ। ਔਰ ਪਲੱਸ ਮੈਂ ਇਹ ਤੁਹਾਨੂੰ ਸਮਝਦਾ ਕਿ ਉਹਨਾਂ ਨੂੰ ਹਰਾਉਣ ਵਾਸਤੇ ਸਾਰਿਆਂ ਨੇ ਦਾ ਜ਼ੋਰ ਸੀਗਾ, ਕੱਲਿਆਂ ਦਾ ਇੱਕ ਅੱਧੇ ਦਾ ਜ਼ੋਰ ਨਹੀਂ, ਓਪੋਨੈਂਟ ਦਾ ਨਹੀਂ, ਬਾਕੀਆਂ ਪਾਰਟੀਆਂ ਦਾ ਵੀ, ਭਾਵੇਂ ਜਿਹੜੀ ਉੱਥੇ ਸ਼ਮੂਲੀਅਤ ਕਰ ਰਹੀਆਂ ਸਨ ਨਹੀਂ ਕਰ ਰਹੀਆਂ ਸਨ, ਵੀ ਉਹਨਾਂ ਨੂੰ ਇਹ ਸੀਗਾ ਵੀ ਸਿਰਸਾ ਜਿਹੜਾ ਹਾਰੇਗਾ ਤੇ ਉਹਦੇ ਵਿੱਚ ਇੱਕ ਚਿਹਰਾ ਮੈਸੇਜ ਜਾਏਗਾ ਕਿ ਸ਼ਾਇਦ ਬਾਦਲ ਧੜਾ ਹਾਰ ਗਿਆ, ਔਰ ਇਸ ਕਰਕੇ ਉਹਨਾਂ ਨੂੰ ਇਸ ਤਰ੍ਹਾਂ ਦੀ ਇਹ ਹਾਰ ਦੀ ਜਿਹੜੀ ਇੱਕ ਸਾਹਮਣਾ ਕਰਨਾ ਪਿਆ। ਲੇਕਿਨ ਉਹ ਕੱਲ ਸੁਖਬੀਰ ਸਿੰਘ ਹੋਰਾਂ ਨੇ ਆਲਰੇਡੀ ਅਨਾਉਂਸ ਕਰਤਾ ਕਿ ਉਹਨਾਂ ਨੂੰ ਜਿਹੜਾ ਹੈ ਇਸ ਟੀਮ ਦਾ ਹਿੱਸਾ ਬਣਾ ਦਿੱਤਾ ਜਾਏਗਾ ਔਰ ਉਹਨਾਂ ਨੂੰ ਕਾਪਟ ਕੀਤਾ ਜਾਏਗਾ। ਔਰ ਤੁਸੀਂ ਨਾਲ ਹੀ ਗੱਲ ਕੀਤੀ ਹੈ ਵੀ ਸਰਦਾਰ ਪਰਮਜੀਤ ਸਿੰਘ ਸਰਨਾ ਹੋਰਾਂ ਦੀ। ਪਰਮਜੀਤ ਸਿੰਘ ਸਰਨਾ ਇੱਥੋਂ ਦੇ ਦੇਖੋ 12 ਸਾਲ ਦੇ ਕਾਲ ਹੀ ਪ੍ਰਧਾਨਗੀਆਂ ਕੀਤੀਆਂ ਉਹਨਾਂ ਨੇ, ਔਰ ਉਹਦੇ ਬਾਅਦ ਉਹ ਲਗਾਤਾਰ ਹਾਰਦੇ ਰਹੇ, ਭਾਵੇਂ ਬਾਦਲ ਧੜੇ ਤੋਂ ਹਾਰੇ, ਭਾਵੇਂ ਉਹ ਮਨਜੀਤ ਸਿੰਘ ਹੋਰਾਂ ਦੇ ਕਾਰਜਕਾਲ ਵਿੱਚ ਹਾਰੇ, ਤੇ ਭਾਵੇਂ ਉਸ ਤੋਂ ਪਹਿਲਾਂ ਜਿਹੜਾ ਹੈ ਬਾਅਦ ਵਿੱਚ ਵੀ ਇੱਕ ਵਾਰੀ ਫਿਰ ਹਾਰ ਗਏ, 2 ਵਾਰੀ, ਤੇ ਤੀਸਰੀ ਵਾਰੀ ਉਹ ਮੈਂ ਸਮਝਦਾ ਕਿ ਵੀ ਮੈਨੂੰ ਇਹਦੇ ਚ ਹਾਸਾ ਵੀ ਆਉਂਦਾ ਹੈ ਵੀ ਮੈਨੂੰ ਲੱਗਦਾ ਕਿ ਸ਼ਾਇਦ ਐਤਕੀ ਉਹਨਾਂ ਦੇ ਪੰਡਤਾਂ ਨੇ ਮਨਾ ਕਰ ਦਿੱਤਾ ਹੋਏਗਾ ਕਿ ਵੀ ਤੁਸੀਂ ਐਤਕੀ ਆਪਣੀ ਬਜਾਏ ਆਪਣੇ ਭਰਾ ਨੂੰ ਜਿਹੜਾ ਲਿਆ, ਤੁਹਾਡੇ ਸਿਤਾਰੇ ਜਿਹੜੇ ਮੌਜੂਦ ਨਹੀਂ ਸਹੀ ਨੇ। ਇੱਕ ਸੈਕਿੰਡ, ਪੰਡਤਾਂ ਵਾਲੀ ਗੱਲ ਕਿੱਥੋਂ ਆ ਗਈ? ਬਿਕਾਜ਼ ਹੁਣ ਦੇਖੋ ਜਿਹੜੀ ਚੋਣਾਂ ਤਾਂ ਹੋ ਰਹੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਉਹਦੇ ਚ ਪੰਡਤਾਂ ਵਾਲੀ ਗੱਲ ਕਿੱਥੋਂ ਆ ਗਈ ਜੀ? ਪ੍ਰਦੀਪ ਦੀ ਗੱਲ ਹੈਗੀ ਹੈ ਕਿ ਵੀ ਮੈਂ ਪਿਛਲੇ ਦਿਨੀ ਇੱਕ ਨਾ ਬੜੇ ਹੀ ਸੂਝਵਾਨ ਵਿਅਕਤੀ ਦੀ ਗੱਲ ਸੁਣ ਰਿਹਾ ਸੀਗਾ ਕਿ ਉਹ ਇਹਨਾਂ ਦੇ ਪਰਿਵਾਰ ਦਾ ਸਾਰਾ ਪਿਛੋਕੜ ਈਵਨ ਦੋਤਰੇ ਪੋਤਰਿਆਂ ਤੱਕ ਦੱਸ ਰਿਹਾ ਸੀ ਵੀ ਗੁਰਸਿੱਖੀ ਵਿੱਚ ਨੇ, ਸਾਰੇ ਬਹੁਤ ਚੰਗੇ ਨੇ। ਮੈਂ ਸਮਝਦਾ ਵਾਂ ਇਲੈਕਸ਼ਨ ਔਰ ਇੱਕ ਇੰਡੀਵਿਜੂਅਲ ਦੀ ਕਿਸੇ ਦੀ ਜਿਹੜੀ ਹੈ ਛਵੀ ਜਾਣੀ ਚਾਹੀਦੀ ਬਾਹਰ ਆਉਂਦੀ ਹੈ। ਅਗਰ ਪਰਮਜੀਤ ਸਿੰਘ ਸਰਨਾ ਲੜ ਰਿਹਾ ਤੇ ਪਰਮਜੀਤ ਸਿੰਘ ਸਰਨੇ ਦੇ ਗੁਨਾਹ ਨੇ ਜਾਂ ਉਹਦੇ ਕੀਤੇ ਚੰਗੇ ਕਰਮ ਨੇ ਉਹਦੇ ਲਈ ਆਣੇ ਨੇ, ਪਰਿਵਾਰ ਦੇ ਵਿੱਚ ਇਹਦਾ ਕੋਈ ਰੋਲ ਨਹੀਂ। ਸਰਦਾਰ ਪਰਮਜੀਤ ਸਿੰਘ ਸਰਨਾ ਮੈਂ ਸਮਝਦਾ, ਮੈਂ ਇਸ ਕਰਕੇ ਪੰਡਤਾਂ ਦਾ ਗੱਲ ਕੀਤੀ ਹੈ ਵੀ ਉਹਨਾਂ ਦੇ ਹੱਥ ਦੇ ਵਿੱਚ ਨਾ ਨਗ ਨਗੀਨੇ ਅੱਜ ਦਿਖਦੇ ਨੇ। ਉਹਨਾਂ ਨੇ ਇੱਕ ਤਾਂ ਸਾਹਮਣੇ ਪਾਇਆ ਤੇ 2-3 ਉਹਨਾਂ ਨੇ ਲਗਾਉਣ ਵਾਸਤੇ ਗਲੇ ਵਿੱਚ ਪਾਏ ਹੋਏ ਨੇ। ਇਹਨਾਂ ਦੇ ਨਜ਼ਦੀਕੀ ਜਿਹੜੇ ਜਿੰਨੇ ਵੀ ਹੈ ਨੇ ਉਹ ਜਾਣਦੇ ਹੋਣਗੇ, ਉਹਨਾਂ ਨੇ ਨਗ ਰਤਨ ਪਾਏ, ਤੇ ਨਗ ਰਤਨ ਬਿਨਾਂ ਪੰਡਤਾਂ ਦੇ ਤਾਂ ਕੰਮ ਹੁੰਦਾ ਨਹੀਂ। ਤੇ ਇੱਕ ਪਾਸੇ ਨਾਲੇ ਉਹਨਾਂ ਨੇ ਜਿਹੜੀ ਅੱਜ ਤੱਕ ਸ਼ਾਇਦ ਮੈਂ ਉਹੀ ਕਹਿ ਰਿਹਾ ਵੀ ਉਹਨਾਂ ਨੇ ਕਹਿਤਾ ਹੋਣਾ, ਇਸ ਕਰਕੇ ਉਹਨਾਂ ਨੇ ਹਰਵਿੰਦਰ ਸਿੰਘ ਸਰਨੇ ਨੂੰ ਲਿਆਂਦਾ। ਔਰ ਮੈਂ ਕਿ ਇਸ ਚੀਜ਼ ਦੇ ਵਿੱਚ ਇਹ ਵੀ ਅਫਸੋਸ ਕਰਦਾ ਕਿ ਹਰਵਿੰਦਰ ਸਿੰਘ ਸਰਨਾ ਦਾ ਜਿੱਤਣਾ ਮੇਰੀ ਨਜ਼ਰ ਦੇ ਵਿੱਚ ਇੱਕ ਅਫਸੋਸਨਾਕ ਗੱਲ ਵੀ ਹੈ, ਕਿਉਂਕਿ ਉਹਨਾਂ ਨੇ ਹਮੇਸ਼ਾ ਅੱਜ ਤੱਕ ਜਿਹੜਾ ਇਹ ਤੁਸੀਂ ਸਮਝ ਲਓ ਉਹ ਆਪ ਤਨਖਾਹੀਆ ਨੇ, ਔਰ ਉਹਨਾਂ ਨੇ ਹਮੇਸ਼ਾ ਐਂਟੀ ਸਿੱਖ ਐਕਟੀਵਿਟੀਜ਼ ਦੀ ਜ਼ਿਆਦਾ ਜ਼ੋਰ ਲਾਇਆ, ਜਿਹਦੇ ਕਿ ਮੈਂ ਪਿਛਲੇ ਦਿਨ ਕਹਿ ਹਟਿਆ ਕਿ ਭਾਵੇਂ ਉਹ ਕੈਲੰਡਰ ਸੀ ਹਾਂਜੀ ਸੌਰੀ ਮੈਂ ਤੁਹਾਡੀ ਗੱਲ ਨੂੰ ਇੱਥੇ ਕੱਟ ਰਿਹਾ। ਜਿੱਥੇ ਤਨਖਾਹੀਆ ਦੀ ਗੱਲ ਹੁੰਦੀ ਹੈ, ਸਭ ਤੋਂ ਪਹਿਲਾਂ ਸਵਾਲ ਇਹ ਆਉਂਦਾ, ਜੇ 22 ਦੀ ਵੇ ਤਨਖਾਹੀਆ ਹੈ ਤੇ ਕੀ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਈ ਨਿਯਮ ਨਹੀਂ ਕਿ ਤਨਖਾਹੀਆ ਬੰਦਾ ਇਲੈਕਸ਼ਨ ਨਹੀਂ ਲੜ ਸਕਦਾ? ਕੀ ਇਦਾਂ ਦਾ ਕੁਝ ਨਹੀਂ ਹੈ? ਦੇਖੋ ਜੀ, ਅਕਾਲ ਤਖਤ ਸਾਹਿਬ ਤੋਂ ਜਾਂ ਤਖਤਾਂ ਦੇ ਜਥੇਦਾਰ ਵੱਲੋਂ ਜਦੋਂ ਬੈਠ ਕੇ ਫੈਸਲਾ ਕਰਦੇ ਆ ਤੇ ਉਹਦੇ ਵਿੱਚੋਂ ਕਿਤੇ ਨਾ ਕਿਤੇ ਕਈ ਮੈਂਬਰਾਂ ਦੀ ਪਿਛਲੇ ਦਿਨੀ ਮੈਨੂੰ ਬੜਾ ਕੁਝ ਜਿਹੜਾ ਨੌਲੇਜ ਮਿਲੀ ਹੈ, ਉਹ ਮੈਂ ਤੁਹਾਨੂੰ ਅੱਗੇ ਵਿਸਥਾਰ ਹੀ ਦੱਸਾਂਗਾ ਵੀ ਕਿਸ ਤਰੀਕੇ ਨਾਲ ਉਹਨਾਂ ਦੀਆਂ ਕਾਰਵਾਈਆਂ ਤੇ ਰੋਕ ਲਾ ਦਿੱਤੀ ਜਾਂਦੀ ਜਿਹੜਾ ਤਨਖਾਹੀਆ ਹੁੰਦਾ ਹੈ। ਔਰ ਇਹ ਇਲੈਕਸ਼ਨ ਜਿਹੜੇ ਨੇ ਕਿ ਸਰਕਾਰ ਕਰਾਂਦੀ ਹੈ, ਇਸ ਕਰਕੇ ਇਹ ਕਰ ਸਕਦੇ ਨੇ। ਹਾਂ, ਇਹ ਕੱਲ ਨੂੰ ਕਿਸੇ ਅਹੁਦੇ ਤੇ ਜਾਂਦੇ ਤੇ ਹੋ ਸਕਦਾ ਸੀਗਾ ਕਿ ਜਿਵੇਂ ਪਿਛਲੇ ਦਿਨੀ ਆਇਆ ਸੀ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੂੰ ਜਿਹੜਾ ਹੈ ਕਿਸੇ ਮੀਟਿੰਗ ਹੀ ਨਹੀਂ ਬੈਠ ਦਿੱਤਾ ਗਿਆ, ਐਜ਼ ਅ ਪ੍ਰਧਾਨ ਹੁੰਦੇ ਵੀ ਉਹਨਾਂ ਤੇ ਰੋਕ ਲਾਈ ਗਈ, ਉਹ ਐਜ਼ ਅ ਤਨਖਾਹੀਆ ਕਰਕੇ ਸੀਗੀ ਔਰ ਇਹਨਾਂ ਕਰਕੇ। ਲੇਕਿਨ ਇਹ ਤੇ ਉਸ ਤਨਖਾਹੀਏ ਮੈਟਰ ਨੂੰ ਜਿਹੜਾ ਹੈ ਕੋਈ ਤਵੱਜੋ ਨਹੀਂ ਦਿੰਦੇ, ਕਹਿੰਦੇ ਨੇ ਵੀ ਅਕਾਲ ਤਖਤ ਦੀਆਂ ਗੱਲਾਂ ਕਰਦੇ, ਤਖਤ ਸਾਹਿਬ ਦੀਆਂ ਗੱਲਾਂ ਕਰਦੇ, ਬਟ ਤਖਤ ਸਾਹਿਬ ਦੀ ਕੋਈ ਮਾਨ ਮਰਿਆਦਾ ਨੂੰ ਮੰਨਦੇ ਨਹੀਂ ਹੈਗੇ, ਜਿਹਦੇ ਵਿੱਚ ਆਪ ਪਿਛਲੇ ਦਿਨੀ ਤੁਸੀਂ ਇਤਿਹਾਸ ਹੈ ਇਹਨਾਂ ਨੇ ਬਾਣੀਆਂ ਤੋਂ ਲੈ ਕੇ ਔਰ ਇਹਨਾਂ ਨੇ ਕੈਲੰਡਰ ਦੇ ਮੁੱਦਿਆਂ ਤੋਂ ਲੈ ਕੇ ਔਰ ਕਾਫੀ ਚੀਜ਼ਾਂ ਨੂੰ ਲੈ ਕੇ ਇਹਨਾਂ ਨੇ ਜਿਹੜਾ ਹੈ ਉਹਦੀ ਹਮੇਸ਼ਾ ਵਿਰੋਧਤਾ ਕੀਤੀ ਹੈ। ਪਿਛਲੇ ਪ੍ਰੋਗਰਾਮਾਂ ਦੇ ਵਿੱਚ ਬੜੀ ਵਿਸਤਾਰ ਨਾਲ ਗੱਲ ਕਰੀ ਸੀ ਵੀ ਇਹਨਾਂ ਨੇ 3 ਬਾਣੀਆਂ ਦੇ ਉੱਤੇ ਤੇ ਕੁਝ ਇੱਕ ਹੋਰ, ਤੇ ਈਵਨ ਤੋਂ ਅਸੀਂ ਇੱਥੇ ਤੱਕ ਵੀ ਗੱਲ ਕਰੀ ਸੀ ਕਿ ਜਿਹੜਾ ਇਹਨਾਂ ਦਾ ਆਪਣੇ ਪੋਸਟਰ ਹੈ ਉਹਦੇ ਉੱਤੇ ਇਹਨਾਂ ਨੇ ਦਸਮ ਗ੍ਰੰਥ ਦੀ ਤੁਕ ਲਿਖੀ ਹੋਈ ਹੈ ਤੇ ਖੁਦ ਦਸਮ ਗ੍ਰੰਥ ਦੇ ਵਿੱਚ ਬਿਲੀਵ ਨਹੀਂ ਕਰਦੇ, ਠੀਕ ਹੈ। ਪਰ ਅਗਲੇ ਕੁਐਸਚਨ ਤੇ ਜਾਂਦੇ ਆ ਜੀ। ਮਨਜੀਤ ਬਿਲਕੁਲ ਸੱਚ ਹੈ ਜੀ। ਦੇਖੋ ਉਹਨਾਂ ਦਾ ਬੜਾ ਵੱਡਾ ਇਤਿਹਾਸ ਸੀ ਪਰਿਵਾਰ ਦਾ, ਉਹ ਦੱਸਦੇ ਨੇ ਕਿ ਪਿਛਲੇ 70 ਸਾਲ ਤੋਂ ਪਰਿਵਾਰ ਉਹਨਾਂ ਦਾ ਇਸ
ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਿੱਖ ਕੌਮ ਦੀ ਸੇਵਾ ਵਿੱਚ ਹਾਜ਼ਰੀ ਕਹਿੰਦੇ, ਪਰ ਉਹਨਾਂ ਨੂੰ ਸੀਟਾਂ 3 ਮਿਲੀਆਂ। ਇਹ ਇੰਨੀ ਸੰਗਤਾਂ ਦੀ ਇੰਨੀ ਨਾਰਾਜ਼ਗੀ ਕਿਉਂ ਉਹਨਾਂ ਦੇ ਨਾਲ? ਬਿਲਕੁਲ ਠੀਕ ਕਿਹਾ ਜੀ ਕਿ ਉਹਨਾਂ ਦੇ ਪਿਤਾ ਜੀ ਤੋਂ ਲੈ ਕੇ ਅੱਜ ਤੱਕ ਦਾ ਜਿਸ ਤਰ੍ਹਾਂ ਕਿ ਉਹ ਵਿਆਖਿਆਨ ਕਰਦੇ ਆ ਵੀ ਬੜਾ ਲੰਬਾ ਸਮਾਂ ਇਤਿਹਾਸ ਦਾ ਉਹਨਾਂ ਦਾ ਰਿਹਾ ਵੀ 70 ਸਾਲ ਗਿਣਦੇ ਉਹਨਾਂ ਦੀ ਉਪਲਬਧੀਆਂ ਗਿਣਦੇ ਆ, ਲੇਕਿਨ ਕਿਤੇ ਨਾ ਕਿਤੇ ਮੈਂ ਸਮਝਦਾ ਉਹ ਆਪਣੇ ਆਪ ਨੂੰ ਸਪਸ਼ਟ ਰੂਪ ਜੀ ਸੰਗਤ ਦੀ ਲਿਜਾਣ ਚ ਕਿਧਰੇ ਕਮਜ਼ੋਰ ਹੋ ਗਏ ਜਾਂ ਕੀ ਕਾਰਨ ਹੈ। ਔਰ ਕਈ ਜਗ੍ਹਾ ਤੇ ਮੈਂ ਸਮਝਦਾ ਉਹਨਾਂ ਦਾ ਜਿਹੜਾ ਚੁਣਾਵ ਸੀਗਾ ਕੈਂਡੀਡੇਟਾਂ ਦਾ ਉਹ ਵੀ ਗਲਤ ਸੀਗਾ। ਖੈਰ ਚੁਣਾਵ ਦੀ ਗੱਲ ਕਰੀਏ ਕਿ ਵੀ ਕੈਂਡੀਡੇਟ ਦਾ ਗਲਤ ਹੋਣਾ, ਮੈਂ ਹੈਰਾਨ ਆ ਕਿ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਧੜਾ ਉਹ ਆਪਣੀਆਂ 46 ਸੀਟਾਂ ਤੇ ਪੂਰੇ ਕੈਂਡੀਡੇਟ ਉਤਾਰਦਾ। ਸਰਨਾ ਹੋਰੀ ਜਿਹੜੇ ਆ ਉਹ 33 ਸੀਟਸ ਤੇ ਕੈਂਡੀਡੇਟ ਉਤਾਰਦੇ ਨੇ। 8 ਉਹ ਆਪਣੀ ਅਕਾਲੀ ਜਿਹੜੀ ਜਥੇਦਾਰ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਅਕਾਲੀ ਲਹਿਰ ਉਹਨੂੰ ਦੇ ਦਿੰਦੇ, ਔਰ ਉਹਨਾਂ ਕੋਲ 5 ਸੀਟਾਂ ਤੇ ਕੈਂਡੀਡੇਟ ਨਹੀਂ, ਮਤਲਬ ਕਿ ਸਰਨੇ ਤੁਹਾਡੇ ਕੋਲ ਪੂਰੇ ਕੈਂਡੀਡੇਟ ਨਹੀਂ ਸਨ। ਹੁਣ ਆ ਜਾਏਗੀ ਤੀਜੀ ਵੱਡਾ ਤੜਾ ਜਿਹੜਾ ਗਿਣਿਆ ਜਾ ਰਿਹਾ ਸੀਗਾ ਸਰਦਾਰ ਮਨਜੀਤ ਸਿੰਘ ਹੋਰਾਂ ਦਾ, ਜੀਕੇ ਹੋਰਾਂ ਦਾ। ਉਹਨਾਂ ਨੇ ਵੀ ਆਪਣੇ ਜਿਹੜੇ ਆ ਕੈਂਡੀਡੇਟ 38 ਸੀਟਾਂ ਤੇ ਉਤਾਰੇ। ਇੱਕ ਸੀਟ ਉਹਨਾਂ ਨੇ ਜਾਣ ਕੇ ਦਿਖਾਈ ਲੋਕਾਂ ਦੇ ਵਿੱਚ ਵੀ ਇਹ ਦੂਜੀ ਪਾਰਟੀ ਨੂੰ ਦੇ ਰਹੇ, ਬਟ ਉਹ ਉਹਨਾਂ ਦੀ ਜਿਹੜੀ ਹੈ ਸੈਕਿੰਡ ਪਾਰਟੀ ਹੈ। ਉਹਦੇ ਬਾਰੇ ਵੀ ਮੈਂ ਹੁਣੇ ਤੁਹਾਨੂੰ ਉਹਨਾਂ ਦੀ ਅਕਾਲੀ ਦਲ ਪੰਥਕ ਜਿਹੜੀ ਪੁਰਾਣੀ ਪਾਰਟੀ ਸੀ ਉਹਦਾ ਹੀ ਕੈਂਡੀਡੇਟ ਉਹਨਾਂ ਨੂੰ ਦਿਖਾ ਕੇ ਉਤਾਰਿਆ। ਉਹ ਉਹਨਾਂ ਦੀ ਅੰਡਰਸਟੈਂਡਿੰਗ ਹੈਗੀ ਹੈ ਵੀ ਪੋਲੀਟੀਕਲੀ ਵੇ ਦੇ ਵਾਲੇ ਪਾਸੇ ਜਾਣ ਵਾਸਤੇ ਪਾਰਟੀ ਰੱਖੀ ਗਈ, ਔਰ ਉਹਨਾਂ ਕੋਲ ਵੀ ਪੂਰੇ ਕੈਂਡੀਡੇਟ ਨਹੀਂ ਸਨ। 7 ਕੈਂਡੀਡੇਟ ਉਹਨਾਂ ਦੇ ਵੀ ਘੱਟ ਸਨ, ਬਈ 38 ਪਲੱਸ ਇੱਕ ਗਿਣ ਲਈਏ ਤੇ 39 ਸੀਟਾਂ ਦੇ 39 ਦੇ ਉੱਤੇ ਉਹਨਾਂ ਨੇ ਕੈਂਡੀਡੇਟ ਉਤਾਰੇ ਤੇ 7 ਤੇ ਨਹੀਂ ਸਨ। ਹੁਣ ਜਿਹੜੀ ਜੀਕੇ ਹੋਰਾਂ ਦੀ ਗੱਲ ਹੈਗੀ ਹੈ, ਜੀਕੇ ਹੋਰੀ ਮੈਂ ਸਮਝਦਾ ਇੱਕ ਤਾਂ ਉਹਨਾਂ ਦੀ ਜਿਹੜੀ ਹੈ ਕਈ ਜਗ੍ਹਾ ਦੇ ਉੱਤੇ ਕੈਂਡੀਡੇਟ ਦੀ ਚੋਣ ਗਲਤ ਹੋਈ, ਔਰ ਜਿਹੜੇ ਉਹਨਾਂ ਨੇ ਆਪਣੇ ਕੈਂਡੀਡੇਟ ਉਤਾਰੇ ਔਰ ਆਪਣਾ ਮੈਸੇਜ ਜਿਹੜਾ ਉਹ ਸਹੀ ਢੰਗ ਨਾਲ ਨਾ ਦੇ ਪਾਏ। ਔਰ ਤੀਜਾ ਮੈਂ ਬੜਾ ਵੱਡਾ ਕਾਰਨ ਸਮਝਦਾ ਜਿਹਦੇ ਵਿੱਚ ਉਹਨਾਂ ਨੇ ਕੇਵਲ ਇੱਕ ਵਿਅਕਤੀ ਦੇ ਨੂੰ ਜਿਹੜਾ ਥੋੜੀ ਤਵੱਜੋ ਦੇ ਕੇ ਤੇ ਆਪਣੇ ਨਾਲ ਉਹਨੂੰ ਰਲਾ ਕੇ ਤੇ ਜਿਹੜਾ ਉਹ ਮੈਸੇਜ ਦਿੱਤਾ ਕਿ ਵੀ ਇਹ ਤੇ ਦੂਜੀ ਪਾਰਟੀ ਦੇ ਨੇ। ਮੈਂ ਹੈਰਾਨ ਆ ਜਿਹੜੀ ਦੂਜੀ ਪਾਰਟੀ ਪੰਥਕ ਦਲ ਦੀ ਗੱਲ ਕਰਦੇ ਆ, ਸ਼੍ਰੋਮਣੀ ਅਕਾਲੀ ਦਲ ਪੰਥਕ ਦੀ, ਉਹਦੇ ਵਿੱਚ ਇੱਕੋ ਹੀ ਬੰਦਾ ਦਿਖਾਇਆ ਗਿਆ ਔਰ ਇੱਕੋ ਹੀ ਸੀਟ ਦਿੱਤੀ ਗਈ ਔਰ ਉਹ ਕੋਈ ਜਿੱਤ ਕੇ ਆ ਗਿਆ। ਉਹ ਬੜੀ ਅਫਸੋਸ ਦੀ ਗੱਲ ਹੈ, ਜਦਕਿ ਉਹ ਇਸ ਪਾਸੇ ਲਿਜਾਂਦਾ ਨਹੀਂ ਸੀਗਾ। ਉਹ ਐਮਐਲਏ ਉਹ ਕਾਉਂਸਲਰ ਹੈਗਾ ਹੈ ਔਰ ਉਹ ਧਰਮ ਪ੍ਰਚਾਰ ਦਾ ਮੋਢੀ ਵੀ ਰਿਹਾ, ਜਦਕਿ ਉਹ ਹਮੇਸ਼ਾ ਧਰਮ ਪ੍ਰਚਾਰ ਦੇ ਖਿੱਤੇ ਵਿੱਚ ਹੋਵੇ ਜਾਂ ਕਿਸੇ ਵੀ ਖਿੱਤੇ 'ਚ ਅੱਜ ਤੱਕ ਉਹ ਨਾਕਾਮ ਰਿਹਾ, ਉਹਨੇ ਕੋਈ ਕੰਮ ਨਹੀਂ ਕੀਤਾ ਔਰ ਉਹਦਾ ਬੜਾ ਗਲਤ ਇਤਿਹਾਸ ਹੈਗਾ ਔਰ ਉਹਨੂੰ ਇਹਨਾਂ ਨੇ ਸੀਟ ਦਿੱਤੀ। ਔਰ ਮੈਂ ਸਮਝਦਾ ਸ਼ਾਇਦ ਉਹਦੇ ਕਰਕੇ ਵੀ ਜਿਹੜਾ ਇਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਅੰਦਰੂਨੀ ਜਿਹੜਾ ਹੈ ਕਿਧਰੇ ਨਾ ਕਿਧਰੇ ਜਿਹੜੀ ਹੈ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਔਰ ਲੋਕਾਂ ਤੋਂ ਸਾਹਮਣਾ ਕਰਨਾ ਪਿਆ। ਹਾਂਜੀ, ਤੇ ਉਹ ਆਪ ਤਾਂ ਚਲੋ ਜੀਕੇ ਸਾਹਿਬ ਆਪਣੀ ਸੀਟ ਤੋਂ ਹਾਰ ਗਏ, ਹਮੇਸ਼ਾ ਹੀ ਜਿੱਤਦੇ ਆਏ ਨੇ। ਸੌਰੀ, ਜੀਕੇ ਸਾਹਿਬ ਮਨਜੀਤ ਸਿੰਘ ਜੀਕੇ ਹੋਰੀ ਆਪਣੀ ਸੀਟ ਤੋਂ ਹਮੇਸ਼ਾ ਜਿੱਤਦੇ ਆਏ ਨੇ ਔਰ ਉਹ ਜਿੱਤ ਗਏ, ਲੇਕਿਨ ਉਹਨਾਂ ਦਾ ਭਰਾ ਜਿਹੜਾ ਹੈ ਸੱਤਾ ਬ੍ਰਦਰ ਜਿਹੜਾ ਪਿਛਲੀ ਵਾਰੀ ਉਹ ਮੈਂਬਰ ਸੀਗਾ, ਐਤਕੀ ਜਿਹੜੇ ਹਰਮੀਤ ਸਿੰਘ ਕਾਲਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਦਿੱਲੀ ਇਕਾਈ ਦੇ ਪ੍ਰਧਾਨ ਨੇ ਬਾਦਲ ਧੜੇ ਦੇ, ਉਹਨਾਂ ਦੇ ਸਾਹਮਣੇ ਉਹ ਹਾਰ ਵੀ ਗਿਆ। ਤੇ ਜਿੱਥੇ ਤੁਸੀਂ ਕਿਹਾ 3 ਸੀਟਾਂ ਤੇ, ਹੁਣ ਇਹਦੇ ਵਿੱਚ ਕਲੈਰਿਟੀ ਹੈਗੀ ਕਿ ਮਨਜੀਤ ਸਿੰਘ ਜੀਕੇ ਕੋਲੋਂ 2 ਸੀਟਾਂ ਆਈਆਂ ਤੇ ਤੀਸਰੀ ਸੀਟ ਜਿਹੜੀ ਉਹ ਇਕੱਲੇ ਇੱਕ ਪਾਰਟੀ ਦੀ ਗਿਣਦੇ ਆ, ਭਾਵੇਂ ਉਹ ਇਹਨਾਂ ਦੇ ਪਾਰਟ ਹੈ, ਠੀਕ ਹੈ ਤੁਸੀਂ ਉਹਨੂੰ 3 ਗਿਣ ਸਕਦੇ ਹੋ ਵੀ ਉਹ 3 ਤੇ ਸੀਮਤ ਰਹਿ ਗਏ 39 ਵਿੱਚੋਂ। ਤੇ ਇਹ ਬੜੀ ਸੋਚਣ ਵਾਲੀ ਗੱਲ ਹੈ ਵੀ ਉਹ ਕਿਉਂ ਰਹਿ ਗਏ। ਇਹਨਾਂ ਨੂੰ ਹੁਣ ਆਪਣਾ ਸਵੈ ਮੰਥਨ ਕਰਨਾ ਪਏਗਾ ਔਰ ਅੱਗੇ ਲਈ ਸੋਚਣਾ ਪਵੇਗਾ ਜੀ। ਜੀ ਇੱਕ ਹੋਰ ਜੀ ਅਗਲਾ ਸਵਾਲ ਮੇਰਾ, ਜਥੇਦਾਰ ਰਣਜੀਤ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਰਣਜੀਤ ਸਿੰਘ, ਦੇਖੋ ਕੌਮ ਦੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਜੇ ਆਪਾਂ ਇਹਨਾਂ ਦਾ ਪਿਛੋਕੜ ਦੇਖੀਏ ਤਾਂ 1978 ਦੀ ਜਿਹੜੀ ਘਟਨਾ ਹੈ ਆਪਣੀ ਜਿਹੜੀ ਨਿਰੰਕਾਰੀਆਂ ਦੀ ਘਟਨਾ, ਉਹਦੇ ਵਿੱਚ ਕੌਮ ਦੀ ਡਿੱਗੀ ਹੋਈ ਪੱਗ ਨੂੰ ਸਿਰ ਤੇ ਰੱਖਣ ਵਾਲੇ ਇੱਕ ਵੱਡੇ ਮਹਾਨ ਇਨਸਾਨ ਨੇ। ਪਰ ਮੇਰੀ ਇਹ ਚੀਜ਼ ਹੈ ਕਿ ਇਹਨਾਂ ਦੀ ਇੰਨੀ ਦੁਰਦਸ਼ਾ ਕਿਉਂ ਹੋਈ ਜੀ? ਇੱਕ ਸੀਟ ਕਿਉਂ ਮਿਲੀ ਇਹਨਾਂ ਨੂੰ? ਅਸਲ ਵਿੱਚ ਦੇਖੋ ਜੀ, ਇਹਨਾਂ ਨੇ ਜਿਹੜਾ ਸਰਨਾ ਬ੍ਰਦਰਸ ਦੇ ਨਾਲ ਨਾ ਇੱਕ ਸਮਝੌਤਾ ਕਰਕੇ ਉਹਨਾਂ ਤੋਂ ਸੀਟਾਂ ਜਿਹੜੀ ਹੈ ਦੀ ਗੱਲ ਕੀਤੀ ਔਰ ਮੇਰੇ ਕੋਲ ਇਹ ਕਿਧਰੇ ਨਾ ਕਿਧਰੇ ਇੱਕ ਪੁਰਾਣਾ ਇੱਕ ਵਿੱਚੋਂ ਇੱਕ ਸਮਝ ਲਈਏ ਭੇਦ ਪਤਾ ਸੀਗਾ ਵੀ ਇਹਨਾਂ ਨੇ 8-10 ਸੀਟਾਂ ਜਿਹੜੀਆਂ ਇਹ ਉਹ ਦਿੱਤੀਆਂ ਨੇ ਜਿਹਦੇ ਤੇ ਇਹਨਾਂ ਕੋਲ ਆਪਣੇ ਕੋਲ ਕੈਂਡੀਡੇਟ ਨਹੀਂ ਸਨ ਔਰ ਇਹਨਾਂ ਦਾ ਆਪਣਾ ਜਿੱਤਣਾ ਮੁਸ਼ਕਿਲ ਸੀਗਾ। ਔਰ ਆਪਣਾ ਪ੍ਰਭਾਵ ਨਹੀਂ ਸੀ, ਨਹੀਂ ਸਰਨਿਆਂ ਦਾ ਆਪਣਾ ਕੋਈ ਪ੍ਰਭਾਵ ਨਹੀਂ ਸੀਗਾ ਔਰ ਇਹਨਾਂ ਨੇ ਇਹ ਕਿਸਮ ਦੀਆਂ ਆਪਣੇ ਗੱਲੋਂ ਸੀਟਾਂ ਉਹਨਾਂ ਨੇ ਅੱਗੇ ਹੱਥ ਵਧਾਇਆ ਤੇ ਇਹਨਾਂ ਨੇ ਫੱਟ ਮਨਜ਼ੂਰੀ ਦੇ ਕੇ 8 ਸੀਟਾਂ ਦਿੱਤੀਆਂ। ਔਰ ਜਿਹੜੀਆਂ ਸੀਟਾਂ ਤੇ ਸ਼ਾਇਦ ਜਥੇਦਾਰ ਸਾਹਿਬ ਸਾਬਕਾ ਜਥੇਦਾਰ ਰਣਜੀਤ ਸਿੰਘ ਸਮਝ ਬੈਠੇ ਵੀ ਐਤਕੀ ਜਿਹੜਾ ਇਹ ਵੇਵ ਜਿਹੜੀ ਹੈ ਬਾਦਲਾਂ ਦੇ ਅਗੇਂਸਟ ਜਾਏਗੀ ਤੇ ਸਰਨੇ ਆਉਣਗੇ ਤੇ ਸਾਡੇ ਕੈਂਡੀਡੇਟ ਵੀ ਜਿੱਤੇ ਜਾਣਗੇ। ਬਟ ਬੜੀ ਉਹ ਨਜ਼ਰ ਆ ਗਿਆ ਕਿ ਵੀ ਜਿੱਥੇ ਖੁਦ ਸਰਨਿਆਂ ਦੇ ਕੋਲ 33 ਸੀਟਾਂ ਵਿੱਚੋਂ 33 ਜਗ੍ਹਾ ਤੇ ਇਲੈਕਸ਼ਨ ਲੜਦੇ ਨੇ ਔਰ 14 ਸੀਟਾਂ ਹਾਸਲ ਹੁੰਦੀਆਂ ਨੇ ਔਰ ਜਥੇਦਾਰ ਸਾਹਿਬ ਹੋਰਾਂ ਨੂੰ ਇਹ 8 ਸੀਟਾਂ ਦਿੰਦੇ ਨੇ, 8 ਚੋਂ ਇੱਕ ਆਂਦੀ ਹੈ। ਮੈਂ ਉਹਨੂੰ ਉਸ ਵਿਅਕਤੀ ਨੂੰ ਵਧਾਈ ਦਿੰਦਾ, ਬਟ ਹੈਰਾਨੀ ਦੀ ਗੱਲ ਹੈ ਉਹ 23 ਨੰਬਰ ਵਾਰਡ ਤੋਂ ਹਰਵਿੰਦਰ ਸਿੰਘ
ਸੰਧੂ ਨੇ ਜਿੱਤੇ ਨੇ, ਅਗਰ ਤੁਸੀਂ ਉਹਨਾਂ ਦਾ ਚਿਹਰਾ ਮੋਹਰਾ ਦੇਖੋਗੇ ਤਾਂ ਮੈਨੂੰ ਬੜੀ ਹੈਰਾਨੀ ਹੁੰਦੀ ਕਿ ਜਥੇਦਾਰ ਸਾਹਿਬ ਨੇ ਵੀ ਆਪਣੇ ਜਿਹੜੇ ਕੈਂਡੀਡੇਟ ਦੀ ਚੋਣ ਕਰਦੇ ਆ, ਜਿਹੜੇ ਕੇਸਾਂ ਦੀ ਜੋ ਉਮਰ ਦੇ ਹਿਸਾਬ ਨਾਲ ਵੱਡਾ, ਲੇਕਿਨ ਉਹਦੀ ਕੇਸ ਜਿਹੜੇ ਦਾੜੀ ਆ ਬੜਾ ਹੈਰਾਨ ਆ ਕਿ ਉਹ ਹੱਲੇ ਵੀ ਕਾਲੇ ਨੇ, ਕਿਧਰੋਂ ਵੀ ਇੱਕ ਨਜ਼ਰ ਨਹੀਂ ਆਇਆ। ਤੇ ਖੈਰ ਇਹ ਉਹਨਾਂ ਨੂੰ ਸੋਚਣਾ ਪਵੇਗਾ, ਲੇਕਿਨ ਉਹਦੇ ਜੀ ਸਾਹਮਣੇ ਜਿਹੜਾ ਇੱਕ ਨੌਜਵਾਨ ਹਾਰਿਆ, ਦੇਖੋ ਜੀ, ਦੇਖੋ ਜੀ ਮਨਜੀਤ ਸਿੰਘ ਇਸ ਚੀਜ਼ ਦੇ ਔਲਖ। ਬਾਰੇ ਤਾਂ ਇਸ ਚੀਜ਼ ਦੇ ਬਾਰੇ ਤਾਂ ਕਹਿਣਾ ਆਪਣੇ ਸਾਧੂ ਜੀ ਬੜਾ ਮੁਸ਼ਕਿਲ ਹੈ। ਕਿਸੇ ਬੰਦੇ ਦੇ ਹਾਂਜੀ ਵਾਲ ਜਿਹੜੇ ਨੈਚੁਰਲੀ ਵੀ ਕਾਲੇ ਹੋ ਸਕਦੇ ਨੇ। ਹਾਂਜੀ ਹੋ ਸਕਦੇ ਨੇ, ਬਟ ਇਹਦੇ ਤੇ ਨਜ਼ਰ ਆਉਂਦਾ ਜੀ ਫੋਟੋ ਵੇਖ ਕੇ। ਔਰ ਉਹਦੇ ਸਾਹਮਣੇ ਮੈਂ ਬੜਾ ਉਸ ਗੱਲ ਤੇ ਅਫਸੋਸ ਵੀ ਹੈਗਾ ਕਿ ਉਹਨਾਂ ਦੇ ਸਾਹਮਣੇ ਇੱਕ ਮਨਜੀਤ ਸਿੰਘ ਮੁੰਡਾ ਔਲਖ, ਮਨਜੀਤ ਸਿੰਘ ਔਲਖ ਮੁੰਡਾ ਨੌਜਵਾਨ ਸੀਗਾ, ਬੜਾ ਨਿਤੜਕ ਔਰ ਸੂਝਵਾਨ ਨੌਜਵਾਨ ਸੀਗਾ। ਉਹਦੇ ਪਿਤਾ ਜੀ ਆਪ ਜਿਹੜੇ ਦਿੱਲੀ ਕਮੇਟੀ ਦੇ ਮੈਂਬਰ ਰਹੇ ਨੇ, ਬਹੁਤ ਅੱਛੇ ਵਿਅਕਤੀ ਸਨ। ਪਤਾ ਨਹੀਂ ਉਹ ਕਿਉਂ ਕਿਸ ਤਰ੍ਹਾਂ ਹਾਰ ਗਿਆ, ਉਹਦੀਆਂ ਕਿਹੜੀਆਂ ਗਲਤ ਜਿਹੜੀਆਂ ਨੀਤੀਆਂ ਨੇ, ਕਿਹੜੀ ਐਸੀ ਕੋਈ ਗਲਤ ਸੰਗਤ ਕਰਕੇ ਜਿਹੜਾ ਉਹਦਾ ਪ੍ਰਭਾਵ ਲੋਕਾਂ ਵਿੱਚ ਜਿਹੜਾ ਇੱਕ ਗਲਤ ਮੈਸੇਜ ਗਿਆ ਔਰ ਉਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਬੜੀ ਵੱਡੀ ਇੱਕ ਮੈਂ ਸਮਝਦਾ ਉਹਦੇ ਲਈ ਸਿੱਖਿਆ ਵੀ ਹੈ ਮਨਜੀਤ ਸਿੰਘ ਔਲਖ ਲਈ। ਬਿਲਕੁਲ। ਸ਼ਾਇਦ ਉਹ ਆਪਣੇ ਲਈ ਅੱਗੇ ਸੋਚੇਗਾ ਜੀ। ਹਾਂਜੀ ਤੇ ਇੱਕ ਹੋਰ ਜੀ, ਮੇਨ ਹਰੀਨਗਰ ਜੀ ਤੋਂ ਅੱਗੇ ਆਲਵੇਜ਼ ਇਲੈਕਸ਼ਨ ਲੜਦੇ ਹੁੰਦੇ ਸੀ ਅਵਤਾਰ ਸਿੰਘ ਹਿੱਤ। ਜੀ। ਉੱਥੇ ਉਹਨਾਂ ਨੂੰ ਕਿਉਂ ਨਹੀਂ ਲੜਾਇਆ ਗਿਆ? ਉਹ ਕੀ ਵਜ੍ਹਾ ਸੀ ਕਿ ਅਵਤਾਰ ਸਿੰਘ ਹਿੱਤ ਨੂੰ ਹਰੀਨਗਰ ਤੋਂ ਨਹੀਂ ਖੜੇ ਕਰਿਆ ਗਿਆ? ਉਹ ਤੇ ਕਾਫੀ ਟਾਈਮ ਤੋਂ ਜਿੱਤਦੇ ਵੀ ਆ ਰਹੇ ਨੇ। ਬਿਲਕੁਲ ਜੀ, ਇਹ ਵੀ ਗੱਲ ਬੜੀ ਵੱਡੀ ਗੱਲ ਔਰ ਸੋਚਣ ਵਾਲੀ ਹੈ ਕਿ ਜਥੇਦਾਰ ਅਵਤਾਰ ਸਿੰਘ ਹਿੱਤੋਰੀ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਦੇ ਦਿੱਲੀ ਦੇ ਇੱਕ ਮੋਢੀ ਲੀਡਰ ਨੇ, ਜਿਨ੍ਹਾਂ ਨੇ ਇਸ ਪਾਰਟੀ ਨੂੰ ਬੜਾ ਮਿਹਨਤ ਨਾਲ ਚੁੱਕਿਆ ਸੀਗਾ ਆਪਣੇ ਸਮੇਂ ਤੇ, ਜਦੋਂ ਕੋਈ ਇਸ ਅਕਾਲੀ ਦਲ ਦਾ ਝੰਡਾ ਨਹੀਂ ਚੁੱਕਦਾ ਸੀ। ਔਰ ਉਹ ਸੀਟ ਉਹਨਾਂ ਦੀ ਹਮੇਸ਼ਾ ਜਿੱਤਣ ਵਾਲੀ ਰਹੀ ਹੈ, ਹਮੇਸ਼ਾ ਜਿੱਤੀ ਰਹੀ ਹੈ। ਐਤਕੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਇੱਕ ਪਤਨੀ ਦਾ ਜਿਹੜਾ ਹੈ ਕਾਜ ਚਲਾਣਾ ਕਰ ਜਾਣਾ, ਔਰ ਉਹਨਾਂ ਦੀ ਆਪਣੀ ਸਿਹਤ ਦਾ ਥੋੜਾ ਢਿੱਲਾ ਰਹਿਣਾ, ਔਰ ਉਮਰ ਦੇ ਹਿਸਾਬ ਨਾਲ ਉਹਨਾਂ ਨੇ ਸ਼ਾਇਦ ਇਹ ਸੋਚਿਆ ਵੀ, ਨਾਲੇ ਉਹਨਾਂ ਕੋਲ ਬਹੁਤ ਵੱਡੀ ਜ਼ਿੰਮੇਵਾਰੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਬੀਂਗ ਪ੍ਰਧਾਨ ਨੇ, ਉੱਥੋਂ ਦੀ ਜ਼ਿੰਮੇਵਾਰੀ ਹੈ। ਔਰ ਇਸ ਕਰਕੇ ਉਹ ਸ਼ਾਇਦ ਇਸ ਕਰਕੇ ਇਲੈਕਸ਼ਨ ਨਹੀਂ ਲੜੇ। ਲੇਕਿਨ ਮੈਨੂੰ ਇੱਥੇ ਇੱਕ ਬੜੀ ਹੈਰਾਨੀ ਹੋ ਰਹੀ ਹੈ ਕਿ ਉਸ ਸੀਟ ਤੇ ਉਹਨਾਂ ਜਿਹੜਾ ਕਿ ਸੁਖਬੀਰ ਬਾਦਲ ਹੋਰਾਂ ਦਾ ਆਪਾਂ ਕਹਿ ਲਈਏ ਕਿ ਬੜਾ ਨਜ਼ਦੀਕੀ ਦਿੱਲੀ ਦਾ ਚਿਹਰਾ ਜਿਹੜਾ ਮਨਜਿੰਦਰ ਸਿੰਘ ਸਿਰਸਾ ਗਿਣਦੇ ਨੇ, ਤੇ ਮਨਜਿੰਦਰ ਸਿੰਘ ਸਿਰਸਾ ਦਾ ਜਿਹੜਾ ਨਜ਼ਦੀਕੀ ਚਿਹਰਾ ਜਿਹੜਾ ਉਹ ਜਸਪ੍ਰੀਤ ਸਿੰਘ ਵਿੱਕੀ ਮਾਨ ਹੈਗਾ, ਜਿਸ ਨੂੰ ਉੱਤੇ ਤੇ ਕੈਂਡੀਡੇਟ ਵੱਲੋਂ ਕੋਸ਼ਿਸ਼ ਕੀਤਾ ਗਿਆ ਔਰ ਉਹ ਹਾਰ ਗਿਆ। ਮੈਂ ਬੜਾ ਇਸ ਗੱਲ ਤੇ ਬੜਾ ਹੈਰਾਨ ਹੋਇਆ ਕਿ ਵੀ ਉਹ ਸੀਟ ਤਾਂ ਜਿੱਥੇ ਅਵਤਾਰ ਸਿੰਘ ਹਿੱਤ ਹੋਰਾਂ ਦੀ ਹੈਗੀ ਤੇ ਉੱਥੋਂ ਹਾਰ ਹੋਣੀ ਨਹੀਂ ਚਾਹੀਦੀ ਸੀ, ਤੇ ਉੱਥੇ ਹਾਰ ਕਿਉਂ ਹੋਈ? ਇਹਦੀ ਵੀ ਵਜ੍ਹਾ ਉਹਨਾਂ ਨੂੰ ਆਪ ਸੋਚਣਾ ਪਵੇਗਾ ਵੀ ਕਿਧਰੇ ਅੰਦਰੂਨੀ ਮਾਰ ਤੇ ਨਹੀਂ ਉਹਨਾਂ ਨੂੰ ਮਾਰੀ ਗਈ, ਜਾਂ ਕਿਸ ਤਰ੍ਹਾਂ ਉਸ ਨੂੰ ਹਰਾਇਆ ਗਿਆ। ਔਰ ਮੈਂ ਅੱਗੇ ਆਉਣ ਵਾਲੇ ਸਮੇਂ ਸਮਝਦਾ, ਜਿਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਕਹਿ ਦਿੱਤਾ ਕਿ ਮਨਜਿੰਦਰ ਸਿੰਘ ਸਿਰਸਾ ਜਿਹੜੇ ਆ ਸਾਡੇ ਵੱਲੋਂ ਇੱਥੇ ਕੋਪਟ ਹੋਣਗੇ ਔਰ ਦਿੱਲੀ ਕਮੇਟੀ ਦੇ ਵਿੱਚ ਸ਼ਮੂਲੀਅਤ ਕਰਨਗੇ। ਸੀਟ ਦਿੱਤੀ ਜਾ ਰਹੀ ਕੁਛ ਇਸ ਤਰ੍ਹਾਂ ਕਿਹਾ ਉਹਨਾਂ ਨੇ। ਜੀ ਜੀ ਜੀ, ਕਿਉਂਕਿ 27 ਉਹਨਾਂ ਕੋਲ ਹੈ ਨੇ, ਇੱਕ ਉਹਨਾਂ ਦੇ ਆਣ ਕਰਕੇ ਬਾਦਲ ਤੁਹਾਡੇ ਕੋਲ 28 ਹੋ ਜਾਣਗੀਆਂ। ਦੇਖਿਆ 46 ਦੇ ਬਾਅਦ ਉਹ 47ਵੀਂ ਸੀਟ ਉਹਨਾਂ ਦੀ ਹੈ, ਕਿਉਂਕਿ ਇਹਦੇ ਵਿੱਚ ਦੋ ਆਪਸ਼ਨ ਹੁੰਦੀਆਂ ਨੇ, ਦੋ ਸਿੰਘ ਸਭਾ ਗੁਰਦੁਆਰਿਆਂ ਤੋਂ ਜਿਹੜੇ ਆ ਇੱਕ ਲਾਟਰੀ ਸਿਸਟਮ ਕਰਕੇ ਆਉਂਦੇ ਨੇ, ਟੋਟਲ 50 ਦਾ ਹਾਊਸ ਬਣਦਾ ਹੈ। ਔਰ ਮੈਂ ਸ਼ਾਇਦ ਇਹ ਵੀ ਸੋਚ ਹੈ ਮੇਰੇ ਦਿਮਾਗ ਦੇ ਵਿੱਚ ਆ ਰਹੀ ਹੈ ਕਿ ਵੀ ਸ਼ਾਇਦ ਜਿਹੜੀ ਇੱਕ ਹੋਰ ਆਪਸ਼ਨ ਹੈਗੀ ਹੈ, ਕਿਧਰੇ ਨਾ ਕਿਧਰੇ ਉਹ ਬਾਦਲ ਧੜਾ ਸ਼ਾਇਦ ਅਵਤਾਰ ਸਿੰਘ ਹਿੱਤ ਹੋਰਾਂ ਨੂੰ ਵੀ ਇੱਥੇ ਕਾਪਸ ਕਰੇਗਾ, ਬੀਇੰਗ ਅ ਸੀਨੀਅਰ ਲੀਡਰ ਦਿੱਲੀ ਦੇ ਹੈ। ਔਰ ਉਹਨਾਂ ਦਾ ਚਿਹਰਾ ਜਿਹੜਾ ਹੈ ਕਈ ਜਗ੍ਹਾ ਦੇ ਉੱਤੇ ਦਿਖਾਇਆ ਜਾਂਦਾ, ਔਰ ਉਹਨਾਂ ਦੀ ਕਾਫੀ ਪੁਰਾਣੀ ਵਰਕਿੰਗ ਹੈ। ਤੇ ਉਮੀਦ ਹੈ ਕਿ ਵੀ ਸ਼ਾਇਦ ਐਤਕੀ ਉਹ ਫਿਰ ਇਹਦੇ ਵਿੱਚ ਦਿੱਲੀ ਕਮੇਟੀ ਦੇ ਵਿੱਚ ਆਉਣ ਦੇ ਵਿੱਚ ਜਿਹੜੇ ਕਾਮਯਾਬ ਹੋ ਜਾਣਗੇ ਐਜ਼ ਅ ਕੋਆਪਰੇਟਿਵ ਮੈਂਬਰ। ਔਰ ਹੁਣ ਦੇਖਣਾ ਹੈ ਕਿ ਵੀ ਕੀ ਹੈ, ਕਿਉਂਕਿ ਦੇਖੋ 40 ਸੀਟਾਂ ਦੇ ਵਿੱਚ ਜਿਹੜਾ ਫਾਸਲਾ ਹੈ, 40 ਵਿੱਚੋਂ 27 ਸੀਟਾਂ ਇਹਨਾਂ ਕੋਲ ਆਈਆਂ ਨੇ, ਔਰ ਇੱਕ ਚਲੋ 28 ਹੋ ਗਈ, ਆਪਾਂ 27 ਤੋਂ ਗਿਣ ਲਈ ਹੈ। ਸਾਰਿਆਂ ਕੋਲ 14 ਔਰ ਇੱਕ ਮਿਲਾ ਕੇ 15 ਹੁੰਦੀਆਂ ਨੇ, ਜਦਕਿ ਉਹਨਾਂ ਦਾ ਡਿਫਰੈਂਸ ਜਿਹੜਾ ਹੈਗਾ ਹਲੇ ਬਹੁਤ ਲੰਬਾ ਚੌੜਾ ਹੈ। ਲੇਕਿਨ ਅਗਰ ਮੈਂ ਸਮਝਦਾ ਵਾਂ ਵੀ ਇਹ ਸਰਨੇ ਬ੍ਰਦਰ ਜਿਹੜੇ ਹੈ ਇਹ ਜਿਹੜਾ ਖਰੀਦ ਫਰੋਖਤ ਵਿੱਚ ਔਰ ਮੈਂਬਰਾਂ ਨੂੰ ਤੋੜਨ ਦੇ ਵਿੱਚ ਬੜੇ ਮਾਹਿਰ ਨੇ। ਮੈਂ ਪਿਛਲਾ ਬਹੁਤ ਸਮਾਂ ਇਹਨਾਂ ਦਾ ਦੇਖਿਆ ਤੇ ਅਗਰ ਦੇਖਿਆ ਜਾਵੇ ਸਰਨਿਆਂ ਕੋਲ 16 ਵੀ 14 ਆਪਣਿਆਂ ਕੋਲ, ਇੱਕ ਉਹਨਾਂ ਕੋਲ ਅਕਾਲੀ ਦੀ, ਤੇ ਇੱਕ ਉਹਨਾਂ ਕੋਲ ਜਿਹੜੀ ਸਿੰਘ ਸਭਾ ਦੀ ਇੱਕ ਤਲਵਿੰਦਰ ਸਿੰਘ ਮਾਰਵਾ ਜਿੱਤ ਕੇ ਗਏ ਨੇ। ਲੋਕੀ ਉਹਨਾਂ ਨੂੰ ਨਿਰਦਲੀय ਕਰ ਰਹੇ, ਜਦਕਿ ਉਹਨਾਂ ਦੀ ਆਪਣੀ ਪਾਰਟੀ, ਉਹਨਾਂ ਨੇ ਇਕੱਲੇ ਹੀ ਆਪ ਹੀ ਆਪਣਾ ਫਾਰਮ ਭਰਿਆ ਤੇ ਜਿੱਤ ਕੇ ਆਏ ਨੇ। ਉਹ ਸਰਨਾ ਬ੍ਰਦਰ ਦੀ ਸੋਚ ਵਾਲੇ ਪਾਸੇ ਕਾਂਗਰਸ ਦੀ ਸੋਚ ਰੱਖਦੇ ਨੇ। ਤੇ ਮੈਂ ਸਮਝਦਾ 16 ਜਿਹੜੀਆਂ ਸੀਟਾਂ ਨੇ ਸਰਨਿਆਂ ਕੋਲ ਆ ਗਈਆਂ, ਬਾਦਲਾਂ ਕੋਲ 27 ਸੀਟਾਂ ਆ ਗਈਆਂ ਤੇ 3 ਜੀਕੇ ਸਾਹਿਬ ਕੋਲ ਹੈਗੀਆਂ। ਅਗਰ 16 ਤੇ 3 ਜੀਕੇ ਕੱਲ ਨੂੰ ਕਿਧਰੇ ਲੋਕੀ ਜਿਵੇਂ ਗੱਲਾਂ ਕਰਨ ਵੀ ਰਲ ਵੀ ਜਾਣਗੇ, 19 ਸੀਟਾਂ ਇੱਧਰ ਕਹਿ ਲਈਏ ਤੇ 27 ਉੱਧਰ ਕਹਿ ਲਈਏ, 18 ਦਾ ਡਿਫਰੈਂਸ ਹੈਗਾ। ਲੇਕਿਨ ਕੱਲ ਜਿਹੜੀ ਹੈ ਸਰਦਾਰ ਮਨਜੀਤ ਸਿੰਘ ਜੀਕੇ ਹੋਰਾਂ ਨੇ ਬੇਸਿਕਲੀ 8 ਦਾ ਡਿਫਰੈਂਸ ਹੈ ਜੀ, 8 ਦਾ ਡਿਫਰੈਂਸ। ਹਾਂਜੀ, ਪਰ ਕੋਈ ਚਾਂਸ ਨਹੀਂ ਹੈਗਾ ਕਿ ਇਹਨਾਂ ਦਾ ਕਦੇ ਵੀ ਮੈਜੋਰਟੀ ਚ ਪਹੁੰਚ ਜਾਣ, ਬਿਕਾਜ਼ ਬਾਦਲ ਧੜੇ ਦੇ ਕੋਲ ਬਹੁਤ ਜ਼ਿਆਦਾ ਐਕਚੁਅਲੀ ਕਾਈਂਡ ਆਫ ਮੈਜੋਰਟੀ ਹੈ ਉਹਨਾਂ ਕੋਲ। 50 ਦੇ ਵਿੱਚੋਂ 27 ਉਹਨਾਂ ਕੋਲ ਸਿੱਧੀ ਮੈਜੋਰਟੀ ਹੈ। ਸੋ ਜੀ 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 ਕੁਝ ਹੋਰ ਵੀ ਇੱਕ ਦੋ ਜਿੱਦਾਂ ਤੁਸੀਂ ਕਹਿੰਦੇ ਲੋਟਰੀ ਸਿਸਟਮ ਕਰਕੇ ਕੁਝ ਆਉਣਗੀਆਂ,
ਥੋੜਾ ਹਾਂਜੀ ਕੰਮ ਵੀ ਹਾਂਜੀ ਉਹਨਾਂ ਹਾਂਜੀ ਦੇ ਹਾਂਜੀ ਜਿਵੇਂ ਚ ਪੈ ਜਾਣ ਤੇ ਉਹਦੇ ਨਾਲ ਉਹਨਾਂ ਦਾ ਜਿਹੜਾ ਕੰਮ ਹੋਰ ਵੀ ਸਟਰੋਂਗ ਹੋ ਜਾਏਗਾ। ਓਕੇ, ਇੱਕ ਜੀ ਚੀਜ਼ ਹੋਰ ਕਿ ਜੀ ਇੱਥੇ ਇੱਕ ਸਮਾਂ ਨਹੀਂ ਇਜਾਜ਼ਤ ਦੇ ਰਿਹਾ, ਜੋ ਵੀ ਇਸ ਵੇਲੇ ਮੈਂਬਰ ਸਾਹਿਬਾਨ ਚੁਣ ਹੋ ਕੇ ਆਏ ਨੇ, ਸੰਗਤਾਂ ਨੇ ਜਿਨ੍ਹਾਂ ਨੂੰ ਮਨ ਬਖਸ਼ਿਆ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਕਿਉਂਕਿ ਕੌਮ ਇਸ ਵੇਲੇ ਬਹੁਤ, ਚਲੋ ਵੀ ਇੱਕ ਵੱਡੀ ਗਾਈਡੈਂਸ ਦੀ ਲੋੜ ਆ। ਕਿਹੋ ਜਿਹੀ ਗਾਈਡੈਂਸ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਦੇਣੀ ਚਾਹੀਦੀ ਹੈ ਜੋ ਇੱਕ ਸਹੀ ਤਰੀਕੇ ਨਾਲ ਸਟਰਕਚਰ ਚੱਲ ਪਵੇ? ਬਿਲਕੁਲ ਜੀ, ਮੈਂ ਇੱਥੇ ਆਪਣੇ ਵੱਲੋਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ, ਇੱਕ ਸੁਨੇਹਾ ਹੈ, ਇੱਕ ਹਦਾਇਤ ਹੈ ਜਿਹੜੀ ਦੇਣਾ ਚਾਹੁੰਦਾ ਵਾਂ। ਜੇ ਅਗਰ ਇਹ ਮੰਨਣਗੇ ਤਾਂ ਬਹੁਤ ਮੇਰੇ ਦਿਲ ਦੀਆਂ ਖੁਸ਼ੀ ਹੋਣਗੀਆਂ। ਮੈਨੂੰ ਉਮੀਦ ਹੈ ਕਿ ਗੁਰੂ ਮਹਾਰਾਜ ਦੀ ਨਜ਼ਰ ਵਿੱਚ ਵੀ ਜੋ ਗੱਲ ਮੈਂ ਕਹਾਂਗਾ ਉਹ ਸਿੱਖੀ ਸਿਧਾਂਤ ਤੇ ਇਹ ਗੱਲ ਉਤਰਦੀ ਹੈ, ਔਰ ਗੁਰੂ ਸਾਹਿਬ ਜੀ ਖੁਸ਼ ਰਹਿਣਗੇ ਵੀ ਸੰਗਤਾਂ ਖੁਸ਼ ਹੋਣਗੀਆਂ। ਕਿਉਂਕਿ ਵੀ ਇਹ ਜਿਹੜਾ ਇਲੈਕਸ਼ਨ ਹੈ ਇੱਕ ਬਹੁਤ ਵੱਡਾ, ਮੈਂ ਸਮਝਦਾ ਇੱਕ ਧਰਮ ਯੁੱਧ ਵਾਲਾ ਗੱਲ ਬਣ ਗਈ ਸੀ ਕਿ ਇਹ ਗਲਤ ਹੈ, ਉਹ ਗਲਤ ਹੈ, ਲਾਂਛਨ ਜੀ ਲੱਗੇ, ਬੜਾ ਬਿਲਕੁਲ। ਕੁਝ ਹੋਇਆ ਜਿਹਦਾ ਹਲੇ ਕੋਈ ਸਾਬਤ ਕਿਸੇ ਨੂੰ ਨਹੀਂ ਹੋਇਆ। ਲੇਕਿਨ ਇਹ ਸਾਰੀ ਜਦੋਜਹਿਦ ਦੇ ਵਿੱਚ ਜਿਹੜਾ ਧੜਾ ਜਾਂ ਜਿਹੜੇ ਮੈਂਬਰ ਜਿੱਤ ਕੇ ਆਏ, ਭਾਵੇਂ ਉਹ ਸਾਨਿਆਂ ਬਾਦਲਾਂ ਨੂੰ ਮੈਜੋਰਟੀ ਮਿਲ ਗਈ ਹੈ, ਸਾਨਿਆਂ ਦੇ ਵਿੱਚੋਂ ਕੁਝ ਬੜੇ ਅੱਛੇ ਸੋਹਣੇ ਮੈਂਬਰ ਵੀ ਚੁਣ ਕੇ ਗਏ ਨੇ। ਔਰ ਖੁਦ ਮਨਜੀਤ ਸਿੰਘ ਜੀਕੇ ਹੋਰਾਂ ਨੇ ਕੱਲ ਕਿਹਾ ਕਿ ਵੀ ਅਸੀਂ ਕੋਈ ਪੋਜ਼ਿਟਿਵ ਜਿਹੜਾ ਇਹ ਕੰਮ ਕਰਨਗੇ, ਕੋਈ ਮੁੱਦਿਆਂ ਦੇ ਕੰਮ ਕਰਨ ਦੀ ਗੱਲ ਕਰੇਗੀ ਬਾਦਲ ਧੜਾ, ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ। ਇਹ ਉਹਨਾਂ ਨੇ ਬਹੁਤ ਸੋਹਣੀ ਵੱਡੀ ਗੱਲ ਕੀਤੀ ਹੈ, ਬਹੁਤ ਚੰਗੀ ਗੱਲ ਕੀਤੀ। ਔਰ ਮੈਂ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੀ ਸਾਡਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਹੈ ਉਹਨੂੰ ਜੀ ਪੌੜੀ ਨਾ ਬਣਾਉਣ ਆਪਣੇ ਸਿਆਸਤ ਲਈ। ਐਮਐਲਏ ਜੀ ਕੌਂਸਲਰ ਬਿਲਕੁਲ। ਦੀ ਇਲੈਕਸ਼ਨ ਲੜਨ ਦੀ ਉਹਦੇ ਚਾਹ ਛੱਡ ਦੇਣ। ਜੇ ਇਹ ਕਹਿ ਕੇ ਆਣ ਕਿ ਅਸੀਂ ਸੇਵਾ ਕਰਨੀ ਹੈ, ਸਿਆਸਤ ਨਹੀਂ ਹੈ, ਤੇ ਇਹਨੂੰ ਸੇਵਾ ਵਾਕਾ ਨਹੀਂ ਕਰਨ। ਔਰ ਅਕਾਲੀ ਦਲ ਜਿਹੜਾ ਹੈ ਸਿੱਖਾਂ ਦੀ ਜਥੇਬੰਦੀ ਜਿਹੜੀ ਸ਼ਹੀਦਾਂ ਦੀ ਗਿਣੀ ਜਾਂਦੀ ਹੈ, ਇਹ ਧਰਮ ਦੇ ਲਈ, ਰਾਖੇ ਦੇ ਲਈ ਸੀਗੀ। ਹਾਲਾਂਕਿ ਮਜਲੂਮਾਂ ਦੇ ਰਾਖੇ ਲਈ ਹੈ, ਲੇਕਿਨ ਧਰਮ ਦੀ ਜਿਹੜੀ ਗੱਲ ਹੈ ਇਹਦਾ ਪਹਿਰਾ ਦੇਣਾ ਇਹਦਾ ਪਹਿਲਾ ਕੰਮ ਹੈ। ਔਰ ਜੀ ਦਿੱਲੀ ਬਿਲਕੁਲ। ਕਮੇਟੀ ਦੇ ਚਾਰ ਸਤੰਭ ਹੈਗੇ ਨੇ ਜੋ ਮੈਂ ਪਿਛਲੀਆਂ ਚੋਣ ਆਪ ਜੀ ਦੇ ਮਾਧਿਅਮ ਰਾਹੀਂ ਇਹ ਗੱਲਾਂ ਕਰ ਚੁੱਕਾ ਹੋਇਆ ਵੀ ਸਾਡੇ ਜੀ ਚਾਰ ਬਿਲਕੁਲ। ਨੇ, ਸਾਡੇ ਸਤੰਭ ਨੇ, ਸਾਡੇ ਗੁਰਧਾਮ ਗੁਰਦੁਆਰੇ, ਉਹਨਾਂ ਦੀ ਸੇਵਾ ਸੰਭਾਲ, ਉਹਦੇ ਵਿੱਚ ਗੁਰਮਤ ਦਾ ਸਹੀ ਪ੍ਰਚਾਰ, ਭੰਡੀ ਪ੍ਰਚਾਰ, ਗਲਤ ਪ੍ਰਚਾਰ ਨਾ ਹੋਵੇ, ਬਾਣੀਆਂ ਨੂੰ ਲੈ ਕੇ ਵੰਡ ਨਾ ਹੋਵੇ, ਕੈਲੰਡਰਾਂ ਨੂੰ ਲੈ ਕੇ ਵੰਡ ਨਾ ਹੋਵੇ, ਉਹਦੇ ਲਈ ਬੜਾ ਇੱਕ ਪਹਿਰਾ ਦੇਣ। ਔਰ ਉਸ ਤੋਂ ਇਲਾਵਾ ਫਿਰ ਲੰਗਰ ਪੰਗਤ ਦੀ ਜਿਹੜੀ ਸਾਂਝ ਹੈ, ਸੰਗਤ ਦੀ ਜਿਹੜੀ ਸਾਂਝ ਹੈ ਉਹਦੇ ਵਿਤਕਰਾ ਨਾ ਕਰਨ, ਸਾਰਿਆਂ ਨੂੰ ਦਿਲੋਂ ਆਪਣੇ ਨਾਲ ਲਾਣ। ਭਾਵੇਂ ਉਹ ਕਿਸੇ ਨੇ ਇਹਨਾਂ ਨਾਲ ਇਲੈਕਸ਼ਨ ਵਿੱਚ ਸਾਥ ਦਿੱਤਾ ਨਹੀਂ ਦਿੱਤਾ, ਇਲੈਕਸ਼ਨ ਲੱਤ ਗਏ, ਹੁਣ ਤੁਸੀਂ ਮੈਂਬਰ ਆ ਗਏ, ਹੁਣ ਤੁਹਾਨੂੰ ਵੱਡਾ ਬਿਲਕੁਲ ਜੀ, ਹੁਣ ਦਿਲ ਸੇਵਾ ਕਰਨਾ ਵਿੱਚ ਆਏ ਚਾਹੀਦਾ ਨੇ। ਹੈ। ਜੀ ਬਿਲਕੁਲ। ਹਾਂਜੀ। ਜੀ ਔਰ ਤੀਜਾ ਜਿਹੜਾ ਹੈ ਵਿਦਿਆ ਅਦਾਰੇ ਜਿਹੜੇ ਹਾਲਾਤਾਂ, ਜਿਹੜੇ ਬਹੁਤ ਜ਼ਿਆਦਾ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਨੇ, ਉਹਨਾਂ ਦਾ ਮਿਆਰ ਚੁੱਕੋ ਔਰ ਆਪਣੀ ਪਨੀਰੀ ਨੂੰ, ਤਾਂ ਜੋ ਅਸੀਂ ਵਿਦਿਆ ਦੇ ਸਕੀਏ ਔਰ ਇਹਨਾਂ ਨੂੰ ਅੱਗੇ ਜਿਹੜੀਆਂ ਅਗਲੀ ਵੱਡੀਆਂ ਅਹੁਦਿਆਂ ਤੱਕ ਲੈ ਜਾਣ ਦੇ ਲਈ ਅਸੀਂ ਇੱਕ ਇਹਨਾਂ ਦੇ ਸਹਾਇਕ ਹੋ ਸਕੀਏ, ਤਾਂ ਜੋ ਕੌਮ ਦਾ ਨਾਮ ਰੋਸ਼ਨ ਹੋਵੇ ਔਰ ਦਸਤਾਰ ਜਿਹੜੀ ਹੈ, ਜਿਹੜੀ ਕਈ ਜਗ੍ਹਾ ਤੋਂ ਵੱਡੇ ਅਹੁਦਿਆਂ ਤੋਂ ਅਲੋਪ ਹੁੰਦੀ ਚਲੀ ਜਾ ਰਹੀ ਹੈ, ਉਹ ਫਿਰ ਵਾਪਸ ਉੱਤੇ ਦਿਖ ਸਕੇ। ਔਰ ਜੀ ਅਖੀਰ ਦਾ ਬਿਲਕੁਲ। ਜਿਹੜਾ ਮੈਂ ਕਹਿਣਾ ਚਾਹਾਂਗਾ, ਇਹ ਇੱਕ ਬਾਲਾ ਸਾਹਿਬ ਹਸਪਤਾਲ ਦੀ ਗੱਲ ਜਿਹੜੀ ਬੜੇ ਸਮੇਂ ਤੋਂ ਲਟਕ ਰਹੀ ਹੈ, ਉਹਦੇ ਸਾਰੇ ਨੋਰਮਸ ਕਰਕੇ, ਉਹਨਾਂ ਦੀਆਂ ਕੰਡੀਸ਼ਨਾਂ ਪੂਰੀਆਂ ਕਰਕੇ, ਸਰਕਾਰ ਤੋਂ ਪ੍ਰੋਪਰ ਪਰਮਿਸ਼ਨਾਂ ਲੈ ਕੇ ਔਰ ਇਸ ਹਸਪਤਾਲ ਨੂੰ ਚਲਾਇਆ ਜਾਏ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਂ ਤੇ ਹਸਪਤਾਲ ਹੈ ਜੀ ਔਰ ਇਸ ਬਿਲਕੁਲ। ਨੂੰ ਚਲਾਇਆ ਜਾ, ਔਰ ਇਹਨੂੰ ਕੌਮ ਦੇ ਲਈ ਜਿਹੜਾ ਇਹਦੇ ਵਿੱਚ ਕੁਝ ਜਿਹੜਾ ਇਹ ਹਿੱਸਾ ਰਾਖਵਾ ਕਰਕੇ ਵੀ ਜਿਹੜੇ ਲੋੜਵੰਦ ਹੈ ਉਹਨਾਂ ਨੂੰ ਬਿਨਾਂ ਕਿਸੇ ਮਾਇਆ ਦੇ ਜਿਹੜਾ ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਵੀ ਤੁਸੀਂ ਦੇਖੋ ਬਾਹਰ ਦੀਆਂ ਕੰਟਰੀਆਂ ਦੇ ਵਿੱਚ, ਅਮਰੀਕਾ ਕੈਨੇਡਾ ਦੇ ਮੈਡੀਕਲ ਫ੍ਰੀ ਹੈਗਾ, ਉਹ ਆਪਣੇ ਦੂਜੇ ਸੋਰਸਾਂ ਤੋਂ ਜਿਹੜਾ ਟੈਕਸ ਇਕੱਠਾ ਕਰਕੇ ਤੇ ਇੱਕ ਮੈਡੀਕਲ ਜਿਹੜਾ ਫ੍ਰੀ ਕਰਦੀਆਂ ਨੇ ਔਰ ਹੈਲਪ ਕਰਦੀਆਂ ਨੇ, ਜਿਹੜਾ ਕਿ ਆਮ ਲੋਕਾਂ ਦੇ ਬੋਝ ਨਹੀਂ ਪੈਂਦਾ ਹੈਗਾ। ਕਿਉਂਕਿ ਅੱਜ ਕੱਲ ਮੈਡੀਕਲ ਬਹੁਤ ਮਹਿੰਗਾ। ਮੈਂ ਸਮਝਦਾ ਅੱਜ ਸਾਨੂੰ ਇਹ ਮੈਡੀਕਲ ਦੀ ਬਹੁਤ ਵੱਡੀ ਲੋੜ ਹੈਗੀ ਹੈ। ਔਰ ਖਾਸ ਕਰਕੇ ਆਪਣੇ, ਜਾਂ ਅਗਰ ਤੁਸੀਂ ਸਿੱਖੀ ਦੇ ਵਿੱਚ ਕਈ ਪਾਵਰਟੀ ਲਾਈਨ ਤੋਂ ਪਰਿਵਾਰ ਥੱਲੇ ਜਿਹੜੇ ਇਸ ਚੀਜ਼ਾਂ ਤੋਂ ਵਾਂਝੇ ਨੇ, ਤਾਂ ਜੋ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਇੱਕ ਫਾਇਦਾ ਮਿਲ ਸਕੇ। ਔਰ ਮੈਂ ਉਮੀਦ ਕਰਦਾ ਵਾਂ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਕਿ ਵੀ ਸਿੱਖੀ ਸਿਧਾਂਤ ਤੇ ਪਹਿਰਾ ਦਿਓ, ਆਪਣੇ ਮਾਨ ਮਰਿਆਦਾ ਗੁਰਮਤ ਦੇ ਸਿਧਾਂਤ ਤੇ ਚੱਲੋ ਔਰ ਗੁਰੂ ਮਰਿਆਦਾ ਦੇ ਉੱਤੇ, ਗੁਰੂ ਪੰਥ ਦੀ ਗੱਲ ਕਰੋ ਔਰ ਇਹਨੂੰ ਹਮੇਸ਼ਾ ਚੜ੍ਹਦੀ ਕਲਾ ਲਿਜਾਣ ਦੀ ਗੱਲ ਕਰੋ। ਜੇ ਤੁਹਾਨੂੰ ਜੀ ਬਿਲਕੁਲ ਕੌਂਸਲਰ ਜੀ ਐਮਐਲਏ ਬਿਲਕੁਲ। ਦੀਆਂ ਸਿਆਸਤ ਦੀ ਲੋੜ ਹੈ ਇਹਦਾ ਤੇ ਇਹਦਾ ਬੇਸਿਕਲੀ ਅਸਤੀਫਾ ਜਿਵੇਂ ਅੱਜ ਆਪਾਂ ਹੀ ਗੱਲ ਦੇ ਦਿਓ ਕਰਦੇ ਔਰ ਹਾਂ ਵੀ ਦੂਜੇ ਸੈਲਫੀ ਪਾਸੇ ਚਲੇ ਪਾਰਟੀ ਜਾਓ, ਬਣਾਉਣ ਦਾ ਵੀ ਜਾਂ ਵਾਅਦਾ ਕਰ ਲਓ ਗੁਰੂ ਸਾਹਿਬ ਕੰਮ ਦੇ ਚੱਲ ਨਾਲ, ਰਿਹਾ, ਸੰਗਤ ਦੇ ਨਾਲ ਜਿਹੜਾ ਉਹਦੇ ਕੀਤਾ ਤੇ ਵੀ ਥੋੜਾ ਕਿ ਅਸੀਂ ਬਹੁਤ ਸੇਵਾ ਧਿਆਨ ਦੇਣ ਕਰਾਂਗੇ, ਦੀ ਤੇ ਫਿਰ ਇਹਨੂੰ ਲੋੜ ਹੈ ਸੇਵਾ ਦੇ ਵਿੱਚ ਹੀ, ਜਿਹੜੇ ਸਾਡੇ ਨੌਜਵਾਨ ਸੇਵਾ ਨੌਜਵਾਨ ਕਰਦੇ ਹੋ, ਸੇਵਾ ਦੇ ਦੇਖੋ ਉੱਤੇ ਪਹਿਰਾ ਦਿਓ। ਪਾਰਕਿੰਗ ਲਾਟ ਦਾ ਇੱਕ ਪਹਿਲਾ ਮੁੱਦਾ ਸੀ ਕਿ ਜਿਹੜਾ ਕਿ 25 ਸਾਲ ਪੂਰੇ ਹੋਣ ਤੇ ਪਾਰਕਿੰਗ ਲਾਟ
ਸਰਕਾਰ ਦੇ ਜੀ ਕਬਜ਼ੇ ਵਿੱਚ ਆ ਜਾਏਗੀ। ਜੀ 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 ਇਹਨਾਂ ਨੂੰ ਏਦਾਂ ਇਹ ਚੀਜ਼ਾਂ ਦੇ ਉੱਤੇ ਜਿਹੜੇ ਮੁੱਦੇ ਤੁਹਾਡੇ ਇਸ ਚੈਨਲ ਰਾਹੀਂ ਆਪਾਂ ਦੇ ਚੁੱਕੇ ਹਾਂ, ਉਹਦੇ ਤੇ ਬੜੇ ਇਹ ਜਿਹੜੇ ਮੁੱਦੇ ਨੇ ਭੁੱਲਣੇ ਨਹੀਂ ਚਾਹੀਦੇ। ਪਾਰਕਿੰਗ ਜਿਹੜੀ ਆਪਣੇ ਹੱਥੋਂ ਖੁੰਝਣੀ ਨਹੀਂ ਚਾਹੀਦੀ, ਉਹ ਇੱਕ ਸਾਡੀ ਕੌਮ ਦੀ ਚੀਜ਼ ਹੈਗੀ ਹੈ। ਬਾਲਾ ਸਾਹਿਬ ਹਸਪਤਾਲ ਸਾਡੀ ਕੌਮ ਦੀ ਚੀਜ਼ ਹੈਗੀ ਹੈ। ਸਿੱਖੀ ਅਦਾਰੇ ਸਕੂਲ ਸਾਡੇ ਨੇ, ਐਡਿਟ ਸਕੂਲਾਂ ਦਾ ਮਿਆਰ ਉੱਤੇ ਚੁੱਕਿਆ ਜਾਵੇ। ਇੱਕ ਸਮਾਂ ਸੀਗਾ ਲੋਕੀ ਸਕੂਲਾਂ ਦੇ ਵਿੱਚ ਭਾਵੇਂ GHPS ਹੈਗਾ ਉੱਥੇ ਪਰੋਚਾ ਲਗਾ ਕੇ ਤਰਲੇ ਲੈਂਦੇ ਸੀਗੇ ਐਡਮਿਸ਼ਨ ਹੋਵੇ, ਔਰ ਮੈਂ ਚਾਹੁੰਦਾ ਅੱਜ ਉਹ ਸਮਾਂ ਫਿਰ ਵਾਪਸ ਲਿਆਉਣ ਦੀ ਕੋਈ ਕੋਸ਼ਿਸ਼ ਕੀਤੀ ਜਾਵੇ। ਔਰ ਇਹ ਬੜੀ ਵੱਡੀ ਇੱਕ ਗੱਲ ਹੋਰ ਮੈਂ ਚਾਹੁੰਦਾ ਵਾਂ ਵੀ ਆਪਣੇ ਅਕਾਊਂਟਸ ਨੂੰ ਬਿਲਕੁਲ ਪਾਰਦਰਸ਼ਿਤਾ ਕਰ ਦਿਓ। ਵੀ ਜੋ ਆਪਾਂ ਇੱਕ ਸੁਝਾਅ ਦਿੱਤਾ ਪਿਛਲੇ ਦਿਨੀ ਕਿ ਵੀ ਇਹ ਜਿਹੜਾ ਗੋਲਕ ਹੈਗੀ ਹੈ ਇਹ ਬੈਂਕ ਲੈ ਕੇ ਜਾਵੇ, ਔਰ ਜਿਹੜੇ ਬਿੱਲ ਨੇ ਉਹ 3 ਬੰਦੇ 4 ਬੰਦੇ ਪਾਸ ਕਰਨ, ਔਰ ਪਾਸ ਕੀਤਾ ਹੋਇਆ ਬਿੱਲ 2 ਬੰਦਿਆਂ ਦੇ ਚੈੱਕਾਂ ਦੇ ਨਾਲ ਸਾਈਨ ਹੋਣ, ਔਰ ਇਸ ਤਰੀਕੇ ਨਾਲ 4-5 ਬੰਦਿਆਂ ਦੀ ਸ਼ਮੂਲੀਅਤ ਹੋਏਗੀ ਤਾਂ ਜੋ ਇਹ ਜਿਹੜਾ ਭ੍ਰਿਸ਼ਟਾਚਾਰ ਦਾ ਕੰਮ ਹੈਗਾ ਉਹਦੇ ਤੇ ਕਿਤੇ ਨਾ ਕਿਤੇ ਠੱਲ ਪੈ ਸਕੇਗੀ। ਹਾਂਜੀ, ਪਾਰਦਰਸ਼ਿਤਾ ਆਮ ਹਰ ਬੰਦਾ ਚਾਹਵੇ ਇਹਨਾਂ ਦੀ ਵੈਬਸਾਈਟ ਤੇ ਜਦੋਂ ਮਰਜ਼ੀ ਖੋਲੇ ਉਹ ਚੈੱਕ ਕਰ ਲਵੇ ਕਿਹੜੇ ਬੈਂਕ ਅਕਾਊਂਟ 'ਚ ਕਿੰਨਾ ਪੈਸਾ ਜੀ, ਅੱਜ ਕਿੰਨਾ ਖਤਮ ਹੋ ਗਿਆ। ਮਤਲਬ ਕਿ ਰੋਜ਼ ਅਪਡੇਸ਼ਨ ਹੋਵੇ, ਜਿਵੇਂ ਇੱਕ ਬੈਂਕ ਵਾਲੇ ਰੋਜ਼ ਸ਼ਾਮ ਨੂੰ ਆਪਣੀ ਕਲੋਜ਼ਿੰਗ ਵੇਲੇ ਅਪਡੇਟ ਕਰਦੇ ਨੇ, ਤੇ ਕਿਉਂ ਨਾ ਇਹ ਅਪਡੇਟ ਕਰਨ ਵੀ ਜਦੋਂ 6 ਵਜੇ ਦਾ ਇਹਨਾਂ ਦਾ ਦਫ਼ਤਰ ਦਾ ਟਾਈਮ ਖਤਮ ਹੁੰਦਾ ਹੈ, 1 ਘੰਟਾ ਜਿਹੜਾ ਆਪਣੇ ਅਕਾਊਂਟਸ ਡਿਪਾਰਟਮੈਂਟ ਨੂੰ ਦੇ ਦਿੱਤਾ ਜਾਵੇ ਵੀ ਸਾਰਾ ਅਪਡੇਟ ਕਰ ਦਿੱਤਾ ਜਾਵੇ ਵੈਬਸਾਈਟ ਦੇ ਉੱਤੇ, ਜਿਹਨੂੰ ਚਾਹੇ ਉਹ ਉੱਥੋਂ ਦੇਖ ਸਕਦਾ ਹੈਗਾ। ਹਾਂਜੀ ਬਿਲਕੁਲ ਜੀ ਜਿਹੜੇ ਸਪੈਸ਼ਲੀ ਇਸ IT ਯੁੱਗ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕਰਨੀਆਂ ਬਹੁਤ ਹੀ ਸੰਭਵ ਨੇ, ਬਹੁਤ ਆਸਾਨ ਹੈਗੀਆਂ ਨੇ, ਬਹੁਤ ਆਸਾਨ ਨੇ ਕੀਤਾ, ਕਿਉਂਕਿ ਇਹਨਾਂ ਨੂੰ ਅੱਜ ਇੱਕ ਮੌਕਾ ਮਿਲਿਆ, ਔਰ ਇਹ ਅਗਰ ਇਸ ਮੌਕੇ 4 ਸਾਲਾਂ ਦੇ ਵਿੱਚ ਜੇ ਅਗਰ ਇਹਨਾਂ ਨੇ ਇਹ ਮੌਕਾ ਜਾਣਿਆ, 4 ਸਾਲ ਦੇਰ ਨਹੀਂ ਲੱਗਦੀ ਹੈਗੀ। ਅਗਰ ਇਹਨਾਂ ਨੂੰ ਮੌਕਾ ਮਿਲੇ, ਇਹਨਾਂ ਨੂੰ ਸੱਚ, ਹੱਕ ਤੇ ਔਰ ਗੁੰਮਤ ਤੇ ਪੈਰਾ ਦੇਣਾ ਚਾਹੀਦਾ, ਔਰ ਉਹਦੇ ਲਈ ਕੰਮ ਕਰਨੇ ਚਾਹੀਦੇ ਜੇ ਅੱਗੋਂ ਦੀ ਫਿਰ ਸੇਵਾ ਦੇ ਚਾਹਵਾਨ ਹੈਗੇ ਨੇ। ਜੀ ਬਿਲਕੁਲ। ਸਾਧੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦੀ ਸਪੈਸ਼ਲ ਸ਼ੋਅ ਦੇ ਵਿੱਚ ਤੁਸੀਂ ਸਾਨੂੰ ਬਹੁਤ ਵੱਡੀ ਜਾਣਕਾਰੀ ਜੋ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਦੇ ਰਿਜ਼ਲਟਸ ਬਾਰੇ ਦਿੱਤੀ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਮੁੱਦਿਆਂ ਦੀ ਗੱਲਬਾਤ ਕਰਦੇ ਰਹਾਂਗੇ। ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। NTV ਵਾਲੇ ਦੇ ਦਰਸ਼ਕਾਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਲਵੇਜ਼ ਸਾਨੂੰ ਸਪੋਰਟ ਕਰਦੇ ਹੋ ਐਂਡ ਕੀਪ ਸਪੋਰਟਿੰਗ ਅਸ। ਤੁਹਾਡਾ ਕੋਈ ਵੀ ਸੁਨੇਹਾ ਸਾਡੇ ਤੱਕ ਤੁਸੀਂ ਗੱਲਬਾਤ ਸਾਡਾ ਕਰਨਾ ਚਾਹੁੰਦੇ ਹੋ, ਸਾਡਾ ਫੋਨ ਨੰਬਰ 4169913555 416 991 3555 ਜਾਂ ਸਾਡੇ ਸੋਸ਼ਲ ਮੀਡੀਆ ਦੇ ਥਰੂ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਧੰਨਵਾਦ ਜੀ।